ਗੁਲਾਮੀ ਗਲੋਂ ਲਾਉਣੀ ਹੈ, ਪਹਿਲਾਂ ਆਨੰਦਪੁਰ ਘਰੇ ਵੜ ਜਾਓ ਤੇ ਫਿਰ ਮੋਟਰਸਾਈਕਲ ਇੱਕ ਪਿੰਡ ਵਿੱਚ ਇੱਕ ਤੇ 3 ਸਵਾਰ ਤੇ 3 ਰਿਵਾਲਵਰ ਨਵੇਂ ਲਓ। ਜਿਹੜਾ ਦਾ ਕੇਸ ਮੇਰੇ ਤੇ ਬਣੂ, ਮੇਰੀ ਛਿੱਲ ਲਵੇ, ਬੰਦ ਕੱਟਿਆ ਜਾਵੇ, ਸਾਰਿਆ ਜਾਵਾ, ਮੈਂ ਚੱਲੂਗਾ। ਅੱਜ ਅਸੀਂ ਭਾਗ 12ਵਾਂ ਸ਼ੁਰੂ ਕਰਦੇ ਹਾਂ। ਮਰਦੇ ਮੁਜਾਹਿਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ। ਇੱਕ ਸੁਪਨਾ ਸਿਰਜਿਆ ਸੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਨੇ, ਉਸ ਨੂੰ ਕਿਸ ਤਰੀਕੇ ਨਾਲ ਅੰਜਾਮ ਦਿੱਤਾ। ਪਰ ਨਾਲ ਹੀ ਅਸੀਂ ਗੱਲ ਇਹ ਵੀ ਕੀਤੀ ਸੀ ਕਿ ਸ਼੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ, ਸ਼੍ਰੀ ਹਰਿਮੰਦਰ ਸਾਹਿਬ ਦੀ ਅਹਿਮੀਅਤ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੀ ਹਸਤੀ ਆਪਸ ਦੇ ਵਿੱਚ ਸਾਨੂੰ ਇੱਕਮਿਕ ਹੋਈਆਂ ਦਿਖਾਈ ਦਿੰਦੀਆਂ ਨੇ, ਕਿਉਂਕਿ ਸਿੱਖਾਂ ਦਾ ਹਰਿਮੰਦਰ ਸਾਹਿਬ ਦੇ ਨਾਲ ਪਿਆਰ ਇੰਨਾ ਜ਼ਿਆਦਾ ਹੈ ਤੇ ਰਿਸ਼ਤਾ ਇੰਨਾ ਪੱਕਾ ਹੈ, ਬੇਨਜ਼ੀਰ ਹੈ ਕਿ ਕਿਸੇ ਵੀ ਥਾਂ ਤੇ ਕਿਸੇ ਵੀ ਅਵਸਥਾ 'ਚ ਹੁੰਦੇ ਦੁਸ਼ਮਣ ਹੱਥੋਂ ਦਰਬਾਰ ਸਾਹਿਬ ਦੀ ਜਿਹੜੀ ਬੇਪਤੀ ਹੈ, ਬੇਅਦਬੀ ਹੈ, ਉਹਦੀ ਖਬਰ ਉਹਨਾਂ ਨੂੰ ਤੜਫਾ ਕੇ ਰੱਖ ਦਿੰਦੀ ਹੈ। ਉਦੋਂ ਵੀ ਰੱਖ ਦਿੰਦੀ ਸੀ ਪੁਰਾਣੇ ਸਮਿਆਂ ਦੇ ਵਿੱਚ ਤੜਫਾ ਕੇ, ਤੇ ਹੁਣ ਵੀ ਤੜਫਾਉਂਦੀ ਹੈ ਸਾਨੂੰ। ਅੱਜ ਵੀ ਦਰਬਾਰ ਸਾਹਿਬ ਦੇ ਉੱਤੇ ਦੁਸ਼ਮਣ ਦਾ ਕਬਜ਼ਾ, ਉਹ ਕਿਸੇ ਹੋਰ ਰੂਪ 'ਚ ਕਬਜ਼ਾ ਹੈ। ਅੱਜ ਵੀ ਦਰਬਾਰ ਸਾਹਿਬ ਦੇ ਉੱਤੇ ਹਿੰਦੂਆਂ ਦਾ ਕਬਜ਼ਾ, ਸਾਰਿਆਂ ਨੂੰ ਪਤਾ। ਤਾਂ ਸਿੱਖਾਂ ਦੇ ਰੋਹ ਨੂੰ ਰੋਕ ਸਕਣਾ ਕਿਸੇ ਵੀ ਦੁਸ਼ਮਣ, ਤੇ ਭਾਵੇਂ ਉਹ ਕਿੰਨਾ ਵੀ ਡਾਢਾ ਕਿਉਂ ਨਾ ਹੋਵੇ, ਅੱਜ ਦੀ ਗੱਲ ਹੋਰ ਹੈ, ਉਹ ਦੁਸ਼ਮਣ ਦੇ ਵੱਸ ਦੀ ਗੱਲ ਨਹੀਂ ਸੀ ਰਹਿੰਦੀ। ਜਿਵੇਂ ਅੱਖਾਂ ਤੋਂ ਦੂਰ ਬੈਠੇ ਬੱਚੇ ਨਾਲ ਵਾਪਰੀ ਕਿਸੇ ਮੰਦੀ ਤੇ ਮਨਹੂਸ ਖਬਰ ਸੁਣਦਿਆਂ ਹੀ ਮਾਂ ਦਾ ਦਿਲ ਆਪਣੇ ਜਿਗਰ ਦੇ ਟੋਟੇ ਦੀ ਜਿਹੜੀ ਸ਼ਕਲ ਦੇਖਣ ਲਈ ਪਾਗਲ ਹੋ ਜਾਂਦਾ ਹੈ, ਬੇਬਲ ਹੋ ਉੱਠਦਾ। ਉਸੇ ਤਰ੍ਹਾਂ ਸਿੱਖਾਂ ਦੇ ਅੰਦਰ ਆਪਣੇ ਨੁਕਸਾਨੇ ਹੋਏ ਈਸ਼ਟ ਦੇ ਦਰਸ਼ਨਾਂ ਦੀ ਚਾਹ ਜਿਹੜੀ ਹੈਗੀ ਹੈ, ਉਹਨਾਂ ਨੂੰ ਸ੍ਰੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਪਹੁੰਚਣ ਦੀ ਖਿੱਚ ਪਾਉਣ ਲੱਗਦੀ ਹੈ। ਪਹਿਲਾ ਮੌਕਾ ਮਿਲਦਿਆਂ ਹੀ ਉਹ ਦਰਬਾਰ ਸਾਹਿਬ ਤੇ ਇਹਦੇ ਪਵਿੱਤਰ ਸਰੋਵਰ ਦੀ ਸੇਵਾ ਸੰਭਾਲ ਕਰਦੇ ਸਨ। ਇਸ ਪਵਿੱਤਰ ਸਰੋਵਰ ਦੀ ਸੇਵਾ ਦੇ ਵਿੱਚ ਜੁਟ ਜਾਇਆ ਕਰਦੇ ਸਨ, ਤੇ ਕਈ ਵਾਰ ਦੁਸ਼ਮਣ ਦੇ ਨਵੇਂ ਹਮਲੇ ਹੋਣ ਦੇ ਕਰਕੇ ਉਹਨਾਂ ਨੂੰ ਇਹ ਕਾਰਜ ਅੱਧ ਵਾਟੀ ਵਿਚਕਾਰ ਛੱਡਣਾ ਪੈਂਦਾ ਸੀ। ਪਰ ਮੌਕਾ ਮਿਲਣ ਤੇ ਉਹ ਫੇਰ ਇਸ ਕਾਰਜ 'ਚ ਜੁਟ ਜਾਂਦੇ ਰਹੇ। ਤਾਂ 1740 'ਚ ਜਦੋਂ ਜ਼ਕਰੀਆ ਖਾਨ ਨੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਤੇ ਸਭ ਤੋਂ ਪਹਿਲੀ ਵਾਰ ਹਮਲਾ ਕੀਤਾ 1740 'ਚ, ਉਦੋਂ ਤੋਂ ਲੈ ਕੇ 1765 ਤੱਕ, ਜਦੋਂ ਤੱਕ ਸਿੱਖ ਪੰਜਾਬ ਦੇ ਅੰਦਰ ਆਪਣਾ ਪੂਰਾ ਦਬਦਬਾ ਕਾਇਮ ਕਰਨ ਤੇ ਇਸ ਤਰ੍ਹਾਂ ਦਰਬਾਰ ਸਾਹਿਬ ਨੂੰ ਬਾਹਰੀ ਖਤਰਿਆਂ ਤੋਂ ਮਹਿਫੂਜ਼ ਕਰਨ 'ਚ ਸਫਲ ਨਹੀਂ ਸੀ ਹੋ ਗਏ, ਦਰਬਾਰ ਸਾਹਿਬ ਦੀ ਪਵਿੱਤਰਤਾ ਤੇ ਅਦਬ ਦੀ ਰਾਖੀ ਦੇ ਲਈ ਜਿਹੜੀਆਂ ਸਿੱਖ ਸਰਗਰਮੀਆਂ ਤੇ ਸਰੋਕਾਰਾਂ ਦਾ ਜਿਹੜਾ ਸੀ ਉਹ ਕੇਂਦਰ ਬਿੰਦੂ ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਹੀ ਰਿਹਾ। ਇਹਨਾਂ 25 ਸਾਲਾਂ ਦੇ ਦੌਰਾਨ ਅੰਮ੍ਰਿਤਸਰ ਦਰਬਾਰ ਸਾਹਿਬ ਤੇ ਪੂਰੇ ਅੰਮ੍ਰਿਤਸਰ ਦੀਆਂ ਜਿਹੜੀਆਂ ਜੂਹਾਂ ਦੇ ਅੰਦਰ ਸਿੰਘਾਂ ਦਾ ਬਹੁਤ ਜ਼ਿਆਦਾ ਬੇਪਨਾਹ ਲਹੂ ਡੁੱਲਿਆ, ਤੇ ਹਰਿਮੰਦਰ ਸਾਹਿਬ ਦੇ ਪਿਆਰ 'ਚ ਰੰਗੇ ਸਿੰਘਾਂ ਨੇ ਕੁਰਬਾਨੀ, ਹੌਸਲੇ ਤੇ ਸੂਰਮਗਤੀ ਦੇ ਬਹੁਤ ਸਾਰੇ ਲਾਸਾਨੀ ਕਾਂਡ ਰਚੇ, ਬਹੁਤ ਕੁਰਬਾਨੀਆਂ ਕੀਤੀਆਂ। ਤਾਂ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਇੰਦਰਾ ਗਾਂਧੀ ਹਮਲਾ ਕਰਦੀ ਹੈ, ਹਿੰਦੂ ਫੌਜ ਹਮਲਾ ਕਰਦੀ ਹੈ, ਇਸ ਹਮਲੇ ਤੋਂ ਬਾਅਦ ਜਿੱਥੇ ਦੇਸ਼ ਵਿਦੇਸ਼ ਦੇ ਸਿੱਖ ਭਾਈਚਾਰੇ ਦੇ ਅੰਦਰ ਭਾਵਨਾਵਾਂ ਦੇ ਪੱਧਰ ਤੇ ਇੱਕ ਬਰਾਬਰਤਾ ਅਸੀਂ ਦੇਖੀ ਹੈ, ਏਕਤਾ ਦਾ ਜਜ਼ਬਾ ਜਿਹੜਾ ਪੈਦਾ ਹੋਇਆ, ਉਹਦੇ ਨਾਲ ਹੀ ਬੁਨਿਆਦੀ ਸਿਧਾਂਤਕ ਮੁੱਦਿਆਂ ਨੂੰ ਲੈ ਕੇ ਸਿੱਖ ਪੰਥ ਦੇ ਅੰਦਰ ਕੁਝ ਵਖਰੇਵੇਂ ਤੇ ਕੁਝ ਮਤਭੇਦ ਪੈਦਾ ਹੋਏ। ਕਿਉਂਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਜੀਵਨ ਕਾਲ ਦੇ ਦੌਰਾਨ ਹੀ ਸਿੱਖ ਕੌਮ ਦੇ ਅੰਦਰ ਜਿਹੜੀ ਸਿਧਾਂਤਕ ਸਫਬੰਦੀ ਦਾ ਜਿਹੜਾ ਕੰਮ ਸੀ ਉਹ ਨਿਖਰਵੇਂ ਰੂਪ 'ਚ ਸ਼ੁਰੂ ਤਾਂ ਹੋ ਗਿਆ ਸੀ। ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ। ਦਰਬਾਰ ਸਾਹਿਬ ਤੇ ਹਮਲੇ ਤੇ ਸੰਤ ਜਰਨੈਲ ਸਿੰਘ ਦੀ ਸ਼ਹਾਦਤ ਦੇ ਨਾਲ ਇਹ ਵੰਡ ਜਿੱਥੇ ਪੱਕੀ ਹੋ ਗਈ, ਹੋਰ ਗੂੜੀ ਹੋ ਗਈ, ਉੱਥੇ ਇਸ ਦੀ ਜਿਹੜੀ ਬਣਤਰ ਸੀ ਉਹਦੇ 'ਚ ਕਾਫੀ ਰੱਦੋ ਬਦਲ ਵੀ ਹੋਈ, ਇਹਦਾ ਰੰਗ ਰੂਪ ਬਦਲ ਗਿਆ। ਇਸ ਜਿਹੜੀ ਪਾਲਾਬੰਦੀ ਹੋਈ ਸੀ ਸਿੱਖ ਸਮਾਜ ਦੇ ਅੰਦਰ, ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਮਰਥਕਾਂ ਦੇ ਵਿੱਚ ਉਹਨਾਂ ਦੇ ਪ੍ਰਸ਼ੰਸਕਾਂ ਦਾ ਜਿਹੜਾ ਦਾਇਰਾ ਸੀ ਪਹਿਲਾਂ ਦੇ ਨਾਲੋਂ ਬਹੁਤ ਵੱਡਾ ਹੋ ਗਿਆ। ਉਹਨਾਂ ਦੇ ਪ੍ਰਸ਼ੰਸਕਾਂ ਦੀ ਗਿਣਤੀ ਇੱਕਦਮ ਵੱਧ ਗਈ ਦਰਬਾਰ ਸਾਹਿਬ ਦੇ ਉੱਤੇ ਹਮਲੇ ਤੋਂ ਬਾਅਦ, ਜਦਕਿ ਸਿੱਖ ਪੰਥ ਦੇ ਅੰਦਰ ਉਹਨਾਂ ਦੇ ਨਿੰਦਕਾਂ ਦੀ ਗਿਣਤੀ ਦਾ ਜਿਹੜਾ ਪ੍ਰਭਾਵ ਸੀ ਉਸ ਨੂੰ ਵੱਡਾ ਖੋਰਾ ਲੱਗਿਆ। ਜਿਹੜੇ ਉਹਨਾਂ ਦੇ ਨਿੰਦਕ ਸੀ ਉਹਨਾਂ ਦੀ ਗਿਣਤੀ ਘਟਦੀ ਗਈ, ਤੇ ਅਕਾਲੀ ਸਭ ਤੋਂ ਵੱਡੇ ਨਿੰਦਕ ਸਨ। ਉਹਨਾਂ ਦੇ ਅਕਾਲੀ ਵਰਕਰ ਸੀ ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਨਿੰਦਕ ਸੀ, ਤੇ ਉਹ ਗਿਣਤੀ ਘਟੀ। ਇਹਨਾਂ ਨਿੰਦਕਾਂ ਦੀਆਂ ਮੋਟੇ ਜਿਹੇ ਤੌਰ ਤੇ ਅਸੀਂ ਦੋ ਕੈਟਾਗਰੀ 'ਚ ਰੱਖ ਸਕਦੇ ਹਾਂ। ਇੱਕ ਰਵਾਇਤੀ ਅਕਾਲੀ ਲੀਡਰਸ਼ਿਪ ਜਿਹੜੀ ਆਪਣੀ ਖੁਦਗਰਜ਼ੀ ਤੇ ਰਾਜਨੀਤਿਕ ਜਿਹੜੀ ਰੁਤਬਾ ਪ੍ਰਸਤੀ ਹੁੰਦੀ ਹੈ ਉਹਦੀ ਵਜ੍ਹਾ ਕਰਕੇ ਸੰਤ ਜਰਨੈਲ ਸਿੰਘ ਨੂੰ ਸਾੜੇ ਤੇ ਦੁਸ਼ਮਣੀ ਦੀ ਨਜ਼ਰ ਨਾਲ ਦੇਖਦੀ ਸੀ। ਦੂਜਾ ਸਿੱਖ ਪੰਥ ਦੀਆਂ ਜਿਹੜੀਆਂ ਅਮੀਰ ਵਰਗ ਦੀਆਂ ਜਿਹੜੀਆਂ ਪਰਤਾਂ ਸਨ, ਅਮੀਰ ਵਰਗ ਸੀ ਜਿਹੜਾ ਸਿੱਖ ਪੰਥ ਦਾ, ਉਹਦੇ ਹਿੱਸੇ ਜੋ ਭਾਰਤੀ ਰਾਜ, ਹਿੰਦੂ ਸਟੇਟ ਤੇ ਹਿੰਦੂ ਸਮਾਜ ਦੇ ਨਾਲ ਗੂੜੀ ਤੇ ਚਿੜੀ ਤਰ੍ਹਾਂ ਜੁੜੇ ਹੋਏ ਸਨ, ਜਿਹੜੇ ਅਮੀਰ ਸਿੱਖ ਸਨ, ਉਹ ਸੰਤਾਂ ਨੂੰ ਨਫ਼ਰਤ ਕਰਦੇ ਸਨ। ਤੇ ਜਿਸ ਵਜ੍ਹਾ ਕਰਕੇ ਉਹਨਾਂ ਨੂੰ ਸੰਤ ਜਰਨੈਲ ਸਿੰਘ ਦੇ ਜਿਹੜੇ ਧਾਰਮਿਕ ਰਾਜਨੀਤਿਕ ਦ੍ਰਿਸ਼ਟੀਕੋਣ ਤੇ
ਜਿਹੜੀਆਂ ਉਹਨਾਂ ਦੀਆਂ ਸਿੱਖ ਰਾਜ ਦੀਆਂ ਸਰਗਰਮੀਆਂ ਨਾਲ ਉਹ ਤਿੱਖੀ ਨਫ਼ਰਤ ਕਰਦੇ ਸਨ। ਇਹ ਲੋਕ ਅਮੀਰ ਸਿੱਖ ਸਨ ਜਿਹੜੇ, ਇਹ ਦੋਵੇਂ ਵਰਗਾਂ ਦੀ ਜਿਹੜੀ ਸਾਂਝੀ ਜਿਹੜੀ ਆਪਣੇ ਆਪ ਦੇ ਵਿੱਚ ਅਸੀਂ ਕਹਾਂਗੇ ਨਾ ਅਹਿਲੀਅਤ, ਇਹਨਾਂ ਦੋਵਾਂ ਦੀ ਜਿਹੜੀ ਨਿਕੰਮਾਪੁਣਾ ਸੀ ਇਹਨਾਂ ਦੋਵੇਂ ਵਰਗਾਂ ਦਾ, ਅਮੀਰ ਸਿੱਖਾਂ ਦਾ ਵੀ ਤੇ ਅਕਾਲੀ ਵਰਗ ਦਾ ਵੀ, ਉਹ ਇਹ ਸੀ ਕਿ ਉਹ ਸੰਤ ਜਰਨੈਲ ਸਿੰਘ ਦੀ ਰੂਹਾਨੀ ਤੇ ਉਹਨਾਂ ਦੀ ਤਜਰਬੇ ਵਾਲੀ ਜਿਹੜੀ ਹਸਤੀ ਸੀ ਉਹਦੀ ਉਹ ਥਾਂ ਨਹੀਂ ਪਾ ਸਕੇ, ਉਹਨਾਂ ਨੂੰ ਪਤਾ ਨਹੀਂ ਲੱਗ ਸਕੀ ਉਹ ਕਿ ਸੰਤ ਜਰਨੈਲ ਸਿੰਘ ਹੈ ਕੀ ਨੇ, ਉਹਨਾਂ ਦੀ ਹਸਤੀ ਕੀ ਹੈ। ਸੰਤਾਂ ਨੂੰ ਉਹਨਾਂ ਨੇ ਆਪਣੀ ਜਿਹੜੀ ਦੁਨਿਆਵੀ ਦ੍ਰਿਸ਼ਟੀ ਦੇ ਮੁਤਾਬਕ ਹੀ ਦੇਖਿਆ ਤੇ ਸਮਝਿਆ। ਉਹਨਾਂ ਦੇ ਜਿਹੜੇ ਗੱਲ ਦੇ ਜੋ ਉਹਨਾਂ ਦੇ ਜਜ਼ਬੇ ਦੇ ਭਾਵ ਹੁੰਦੇ ਸਨ, ਜੋ ਉਹਨਾਂ ਦੀ ਗੱਲ ਦੇ ਪਿੱਛੇ ਤਰਕ ਹੁੰਦਾ ਸੀ, ਉਸ ਨੂੰ ਸਮਝਣ ਦੇ ਵਿੱਚ ਅਕਾਲੀ ਲੀਡਰਸ਼ਿਪ ਵੀ ਨਾਕਾਮ ਰਹੀ ਤੇ ਅਮੀਰ ਸਿੱਖ ਵੀ। ਉਹ ਸੰਤਾਂ ਦੀ ਜਿਹੜੀ ਪਰਖ ਸੀ ਉਹ ਕੀ ਸੀ, ਜਿਹਦੇ ਚੋਂ ਸੰਤ ਜਰਨੈਲ ਸਿੰਘ ਬਾਰੇ ਉਹਨਾਂ ਨੇ ਇਹ ਆਮ ਜਿਹਾ ਇੱਕ ਪ੍ਰਭਾਵ ਲਿਆ ਉਹਨਾਂ ਨੇ, ਅਮੀਰ ਸਿੱਖਾਂ ਨੇ ਤੇ ਅਕਾਲੀ ਰਾਜਨੀਤੀ ਨੇ, ਕਿ ਇੰਡੀਅਨ ਸਟੇਟ ਦੇ ਅੰਦਰ ਸਿੱਖ ਕੌਮ ਦੀ ਸਥਿਤੀ ਤੇ ਹਿੰਦੂ ਮਾਨਸਿਕਤਾ ਦੇ ਬਾਰੇ ਸੰਤਾਂ ਨੇ ਜੋ ਧਾਰਨਾਵਾਂ ਬਣਾ ਰੱਖੀਆਂ ਹੋਈਆਂ ਨੇ ਤੇ ਜਿਨ੍ਹਾਂ ਦਾ ਉਹ ਬੇਬਾਕ ਤੇ ਬੇਖੌਫ ਲਹਿਜੇ 'ਚ ਪ੍ਰਚਾਰ ਕਰ ਰਹੇ ਨੇ, ਉਹ ਸੰਤਾਂ ਦੇ ਮਨ ਦਾ ਵਹਿਮ ਹੈ, ਝੱਲ ਹੈ ਕਹਿੰਦੇ, ਤੇ ਹਕੀਕਤ ਨਾਲ ਇਹਦਾ ਕੋਈ ਵਾਹ ਵਾਸਤਾ ਨਹੀਂ। ਤੇ ਇੱਕ ਗੱਲ ਉਹਨਾਂ ਦੇ ਹੋਰ ਦਿਮਾਗ 'ਚ ਆਈ, ਉਹ ਇਹ ਕਿ ਸੰਤ ਜਰਨੈਲ ਸਿੰਘ ਨੈਤਿਕ ਕਿਰਦਾਰ ਦੇ ਲਿਹਾਜ਼ ਨਾਲ ਸੰਤ ਜਰਨੈਲ ਸਿੰਘ ਨੂੰ ਆਪਣੇ ਜਿਹਾ ਜਾਂ ਆਮ ਦੁਨਿਆਵੀ ਬੰਦਿਆਂ ਵਰਗਾ ਹੀ ਚਿੱਤਰ ਕੇ ਚੱਲਦੇ ਸਨ। ਉਹ ਬੰਦੇ, ਉਹ ਜਿਹੜਾ ਬ੍ਰਹਮ ਗਿਆਨੀ ਦੀ ਅਵਸਥਾ ਸੀ ਸੰਤਾਂ ਬਾਰੇ, ਉਸ ਲੈਵਲ ਤੱਕ ਉਹ ਜਾ ਕੇ ਸੋਚਦੇ ਹੀ ਨਹੀਂ ਸਨ। ਤੇ ਆਮ ਦੁਨਿਆਵੀ ਬੰਦਿਆਂ ਦਾ ਹਰ ਕਰਮ ਕਿਉਂਕਿ ਕਿਸੇ ਦੁਨਿਆਵੀ ਸਵਾਰਥ ਤੋਂ ਪ੍ਰੇਰਿਤ ਹੁੰਦਾ, ਕਿਉਂਕਿ ਉਹਨਾਂ ਦੇ ਵਿੱਚ ਦੁਨਿਆਵੀ ਲਾਲਚ ਹੁੰਦੇ ਨੇ, ਮੋਹ ਮਾਇਆ ਹੁੰਦੀ ਹੈ, ਕਿਉਂਕਿ ਉਹ ਕੁਨਬਾ ਪ੍ਰਸਤੀ ਦੇ ਜਿਹੜੇ ਹੁੰਦੇ ਨੇ ਪੁਜਾਰੀ ਹੁੰਦੇ ਨੇ। ਤਾਂ ਇਸ ਕਰਕੇ ਸੰਤ ਜਰਨੈਲ ਸਿੰਘ ਦੇ ਨਿੰਦਕ ਉਹਨਾਂ ਦੇ ਸਮੁੱਚੇ ਆਚਾਰ ਵਿਹਾਰ ਦੇ ਪਿੱਛੇ ਕੰਮ ਕਰਦੇ ਦੁਨਿਆਵੀ ਸਵਾਰਥਾਂ ਬਾਰੇ ਆਪੋ ਆਪਣੀਆਂ ਅਟਕਲਾਂ ਲਾਉਂਦੇ ਰਹੇ, ਜਿਹਦੇ 'ਚ ਮੀਡੀਆ ਦੇ ਅੰਦਰ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਗਈਆਂ, ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਘੁਮਾਈਆਂ ਗਈਆਂ ਸੰਤਾਂ ਬਾਰੇ। ਤੇ ਆਮ ਸਿਆਸੀ ਲੀਡਰਾਂ ਦੀ ਕਥਨੀ ਤੇ ਕਰਨੀ 'ਚ ਕਿਉਂਕਿ ਅਕਸਰ ਬਹੁਤ ਵੱਡਾ ਅੰਤਰ ਹੁੰਦਾ ਹੈ, ਤੇ ਅਕਾਲੀ ਲੀਡਰ ਜਿਸ ਦੀ ਜਿਉਂਦੀ ਜਾਗਦੀ ਐਗਜ਼ਾਮਪਲ ਨੇ, ਉਦਾਹਰਨ ਨੇ, ਤਾਂ ਇਸ ਕਰਕੇ ਸੰਤ ਜਰਨੈਲ ਸਿੰਘ ਦੇ ਨਿੰਦਕ ਉਹਨਾਂ ਦੇ ਕਥਨਾਂ ਤੇ ਬਿਆਨਾਂ ਨੂੰ ਇਸ ਰੋਸ਼ਨੀ 'ਚ ਦੇਖਦੇ ਸਨ। ਤੇ ਉਹਨਾਂ ਨੂੰ ਜਦੋਂ ਲੱਗਦਾ ਸੀ ਕਿ ਸੰਤ ਕਹਿਣੀ ਤੇ ਕਰਨੀ ਤੇ ਪੱਕੇ ਨੇ, ਤੇ ਉਹ ਅਕਾਲੀ ਲੀਡਰ ਜਦੋਂ ਉਹਨਾਂ ਦੇ ਸਾਹਮਣੇ ਅਟਕ ਨਹੀਂ ਸਨ ਸਕਦੇ, ਤਾਂ ਫਿਰ ਉਹਨਾਂ ਦੇ ਖਿਲਾਫ ਪ੍ਰਚਾਰ ਸ਼ੁਰੂ ਕਰ ਦਿੰਦੇ ਸਨ। ਤਾਂ ਇਸ ਤਰੀਕੇ ਨਾਲ ਉਹ ਦੇਖਦੇ ਸਨ। ਉਹਨਾਂ ਦੇ ਮਨਾਂ 'ਚ ਇਹ ਗੱਲ ਪੱਕੀ ਵਸ ਚੁੱਕੀ ਸੀ ਕਿ ਸੰਤ ਭਿੰਡਰਾਂਵਾਲਾ ਸਰਕਾਰ ਦੀ ਉਸ ਦੇ ਪ੍ਰਤੀ ਧਾਰਨ ਕੀਤੀ ਗਈ ਨਰਮ ਨੀਤੀ ਦਾ ਨਤੀਜਾ ਹੈ। ਤੇ ਸੰਤ ਭਿੰਡਰਾਂਵਾਲੇ ਇਸ ਕਰਕੇ ਉੱਚੀ ਦਹਾੜ ਮਾਰਦੇ ਨੇ ਕਿਉਂਕਿ ਸਰਕਾਰ ਦੀ ਨੀਤੀ ਉਹਨਾਂ ਦੇ ਪ੍ਰਤੀ ਨਰਮ ਹੈ। ਤਾਂ ਇਹ ਜਿਹੜੀ ਗੱਲ ਸੀ, ਤੇ ਸਰਕਾਰ ਨੇ ਜਦੋਂ ਚਾਹਿਆ ਉਹਨਾਂ ਦੇ ਕੋਲੋਂ ਸੌਖ ਦੇ ਨਾਲ ਹੀ ਆਤਮ ਸਮਰਪਣ ਕਰਵਾ ਲੇਗੀ, ਤੇ ਸੰਤ ਭਿੰਡਰਾਂਵਾਲੇ ਆਤਮ ਸਮਰਪਣ ਕਰ ਦੇਣਗੇ। ਜਾਂ ਜੇ ਉਹਨਾਂ ਨੇ ਇਨਕਾਰ ਕਰ ਦਿੱਤਾ ਸੰਤਾਂ ਨੇ ਆਤਮ ਸਮਰਪਣ ਕਰਨ ਤੋਂ, ਤਾਂ ਇਸ ਹਾਲਤ 'ਚ ਉਹਨਾਂ ਨੂੰ ਸੌਖਿਆਂ ਹੀ ਗ੍ਰਿਫਤਾਰ ਕਰ ਲਏਗੀ। ਤਾਂ ਚਲੋ ਜੇ ਗ੍ਰਿਫਤਾਰ ਨਾ ਵੀ ਕੀਤਾ ਜਾ ਸਕਿਆ ਤਾਂ ਉਹਨਾਂ ਨੂੰ ਗੋਲੀਆਂ ਨਾਲ ਭੁੰਨ ਦੇਗੀ, ਬਸ ਹੋਰ ਕੀ ਹੈ। ਇਹ ਗੱਲਾਂ ਸੋਚੀਆਂ ਜਾ ਰਹੀਆਂ ਸੀ ਉਹਨਾਂ ਵੱਲੋਂ, ਅਕਾਲੀਆਂ ਵੱਲੋਂ ਵੀ ਤੇ ਅਮੀਰ ਸਿੱਖਾਂ ਵੱਲੋਂ ਵੀ। ਤੇ ਉਹਨਾਂ ਨੂੰ ਇਸ ਗੱਲ ਦੀ ਤਾਂ ਬਿਲਕੁਲ ਖਿਆਲ ਨਹੀਂ ਸੀ ਕਿ ਸੰਤ ਜਰਨੈਲ ਸਿੰਘ ਤੇ ਉਹਨਾਂ ਦੇ ਮੁੱਠੀ ਭਰ ਸਮਰਥਕ ਭਾਰਤੀ ਫੌਜ ਦੇ ਨਾਲ ਪੂਰੇ 6 ਦਿਨ ਕਰਾਰੀ ਟੱਕਰ ਲੈਣਗੇ, ਤੇ ਸੱਚਮੁੱਚ ਕਰਾਰੀ ਟੱਕਰ ਲੈਣਗੇ, ਤੇ ਆਪਣੇ ਕਹੇ ਹੋਏ ਬਚਨਾਂ ਨੂੰ ਸੱਚਮੁੱਚੋਂ ਸੱਚ ਕਰਕੇ ਦਿਖਾ ਦੇਣਗੇ। ਇਹ ਗੱਲ ਤਾਂ ਉਹਨਾਂ ਦੇ ਚਿੱਤੇ ਵੀ ਨਹੀਂ ਸੀ, ਨਾ ਅਕਾਲੀਆਂ ਦੇ, ਨਾ ਅਮੀਰ ਸਿੱਖਾਂ ਦੇ, ਨਾ ਹਿੰਦੂ ਸਰਕਾਰ ਦੇ ਝੋਲੀ ਚੁੱਕਾਂ ਦੇ। ਇਹ ਗੱਲ ਉਹਨਾਂ ਦੀ ਕਲਪਨਾ ਤੋਂ ਵੀ ਬਾਹਰੀ ਸੀ। ਤੇ ਦਰਬਾਰ ਸਾਹਿਬ ਤੇ ਭਾਰਤੀ ਫੌਜ ਦੇ ਜਿਹੜੇ ਵਹਿਸ਼ੀ ਹਮਲੇ ਦੀ ਠੋਸ ਹਕੀਕਤ ਨੇ, ਜਿੱਥੇ ਇੰਡੀਅਨ ਸਟੇਟ ਦੀ ਫਿਰਕੂ ਤੇ ਫਾਸੀ ਖਸਲਤ ਤੇ ਹਿੰਦੂ ਮਾਨਸਿਕਤਾ ਦੇ ਸਿੱਖ ਦੋਖੀ ਸੁਭਾਅ ਤੇ ਲੱਛਣਾਂ ਬਾਰੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਜਿਹੜੀਆਂ ਸਿਧਾਂਤਕ ਧਾਰਨਾਵਾਂ ਦੀ ਤਸਦੀਕ ਕਰ ਦਿੱਤੀ ਸੀ, ਤਾਂ ਉੱਥੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਤੇ ਉਹਨਾਂ ਦੇ ਜੁਝਾਰੂ ਸੇਵਕਾਂ ਵੱਲੋਂ ਇੰਡੀਅਨ ਫੌਜ ਦਾ ਜਿਹੜਾ ਸੂਰਮਗਤੀ ਨਾਲ ਮੁਕਾਬਲਾ ਕੀਤਾ ਗਿਆ ਤੇ ਸ਼ਹਾਦਤ ਦਾ ਮੁਕਾਮ ਹਾਸਲ ਕੀਤਾ ਗਿਆ, ਉਸ ਤੱਥ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਿੰਦਕਾਂ ਨੂੰ ਜਗ ਜਹਾਨ ਦੇ ਸਾਹਮਣੇ ਝੂਠੇ ਤੇ ਸ਼ਰਮਸ਼ਾਰ ਕਰਾਰ ਕਰਕੇ ਰੱਖ ਦਿੱਤਾ, ਤੇ ਉਹ ਹੁਣ ਕਿਤੇ ਜਵਾਬ ਦੇਣ ਜੋਗੇ ਨਹੀਂ ਸਨ। ਤਾਂ ਇਸ ਤਰ੍ਹਾਂ ਅੰਤਰ ਗਿਆਨ ਦੇ ਸਾਹਮਣੇ ਦੁਨਿਆਵੀ ਵਿਦਵਤਾ ਜਿਹੜੀ ਹੁੰਦੀ ਹੈ, ਡਿਗਰੀਆਂ ਦੀ ਵਿਦਵਤਾ ਹੁੰਦੀ ਹੈ, ਦੁਨਿਆਵੀ ਪੜ੍ਹਾਈਆਂ ਹੁੰਦੀਆਂ ਨੇ,
ਉਹਨਾਂ ਦਾ ਘਮੰਡ ਚਕਨਾਚੂਰ ਹੋ ਗਿਆ ਸੀ। ਸੰਤਾਂ ਨੇ ਕਰਤਾ ਆਪਣੀ ਸ਼ਹਾਦਤ ਦੇ ਨਾਲ। ਅਤੇ ਜਿਹੜੀ ਇਖਲਾਕੀ ਪਵਿੱਤਰਤਾ ਦੀ ਸ਼ਾਨ ਦੇ ਮੂਹਰੇ ਦੁਨੀਆਦਾਰੀ ਸਵਾਰਥਾਂ ਦੀ ਜਿਹੜੀ ਹੈ ਉਹਨਾਂ ਨੇ ਖੇਲੀ ਉਡਾ ਕੇ ਰੱਖ ਦਿੱਤੀ ਆਪਣੀ ਸ਼ਹਾਦਤ ਦੇ ਨਾਲ। ਅਕਾਲੀ ਲੀਡਰਾਂ ਨੂੰ ਇਸ ਰਾਜਨੀਤਿਕ ਤੇ ਨੈਤਿਕ ਜਿਹੜੀ ਝਾੜ ਝੰਬ ਪਈ ਇਸ ਮੌਕੇ ਸਿੱਖ ਕੌਮ ਵੱਲੋਂ, ਤਾਂ ਉਹਨਾਂ ਨੂੰ ਇੱਕੋ ਰਾਤ ਦੇ ਵਿੱਚ ਇੱਕੋ ਵੇਲੇ ਦੇ ਵਿੱਚ ਬਿਲਕੁਲ ਕੱਖੋਂ ਹੌਲੇ ਕਰਕੇ ਰੱਖ ਦਿੱਤਾ ਸੀ ਸਿੱਖ ਸੰਗਤਾਂ ਨੇ ਅਕਾਲੀ ਲੀਡਰਾਂ ਨੂੰ। ਤੇ ਦਰਬਾਰ ਸਾਹਿਬ ਤੇ ਕਹਿਰ ਭਰੇ ਫੌਜੀ ਹਮਲੇ ਨਾਲ ਜਿੱਥੇ ਉਹਨਾਂ ਦੇ ਚਿਰਾਂ ਤੋਂ ਬਣੇ ਤੁਰੇ ਆ ਰਹੇ ਕੁਝ ਸਿਧਾਂਤਕ ਵਿਸ਼ਵਾਸਾਂ ਦੀਆਂ ਚੂੜਾਂ ਹਿੱਲ ਗਈਆਂ ਸਨ, ਉੱਥੇ ਸੰਤ ਜਰਨੈਲ ਸਿੰਘ ਤੇ ਹੋਰ ਜੁਝਾਰੂ ਸਿੰਘਾਂ ਵੱਲੋਂ ਦਿਖਾਈ ਗਈ ਸੂਰਮਗਤੀ ਤੇ ਕੁਰਬਾਨੀ ਦੀ ਜਿਹੜੀ ਸਪਿਰਿਟ ਦੇ ਅੱਗੇ ਉਹ ਆਤਮਿਕ ਤੇ ਇਖਲਾਕੀ ਤੌਰ ਤੇ ਅਕਾਲੀ ਲੀਡਰ ਬੌਣੇ ਹੋ ਕੇ ਰਹਿ ਗਏ, ਛੋਟੇ ਹੋ ਕੇ ਰਹਿ ਗਏ। ਕਿਤੇ ਵੀ ਉਹਨਾਂ ਦਾ ਨਾਮ ਨਿਸ਼ਾਨ ਨਜ਼ਰ ਨਹੀਂ ਸੀ ਆਉਂਦਾ। ਤੇ ਨਾ ਸਿਰਫ ਸਿੱਖ ਜਨਤਾ ਦੀਆਂ ਨਜ਼ਰਾਂ 'ਚ, ਸਗੋਂ ਖੁਦ ਆਪਣੀਆਂ ਹੀ ਨਜ਼ਰਾਂ ਦੇ ਵਿੱਚ ਵੀ ਉਹ ਐਨੇ ਗਿਰ ਗਏ ਕਿ ਉਹਨਾਂ ਨੂੰ ਕੋਈ ਰਾਹ ਦਿਖਾਈ ਨਹੀਂ ਸੀ ਦੇ ਰਿਹਾ। ਤੇ ਇਹ ਸਾਰੀ ਕਿਸੇ ਕਰਿਸ਼ਮੇ ਤੋਂ, ਕਿਸੇ ਕਰਾਮਾਤ ਤੋਂ ਘੱਟ ਗੱਲ ਨਹੀਂ ਸੀ ਕੋਈ ਇਹ। ਪਰ ਉਹਨਾਂ 'ਚ ਇੰਨਾ ਇਖਲਾਕੀ ਜ਼ੋਰ ਵੀ ਨਹੀਂ ਸੀ, ਇੰਨੀ ਤਾਕਤ ਵੀ ਨਹੀਂ ਸੀ ਕਿ ਉਹ ਇਸ ਸੱਚਾਈ ਦਾ ਖੁੱਲ੍ਹਮ ਖੁੱਲ੍ਹਾ ਇਕਬਾਲ ਕਰਦੇ ਕਿ ਸਿੱਖ ਸੰਗਤਾਂ ਅੱਗੇ ਮੰਨ ਲੈਂਦੇ ਕਿ ਹਾਂ ਅਸੀਂ ਗਲਤ ਸੀ, ਸੰਤ ਜੀ ਠੀਕ ਸਨ। ਇਸ ਕਰਕੇ ਬਾਹਰੀ ਰੂਪ 'ਚ ਤਾਂ ਉਹਨਾਂ ਨੇ ਭਾਵੇਂ ਹੀ ਇਸ ਸੱਚਾਈ ਤੋਂ ਇਨਕਾਰ ਹੋਣ ਦਾ ਝੂਠਾ ਅੰਦਾਜ਼ ਧਾਰਨ ਕਰੀ ਰੱਖਿਆ, ਪਰ ਅੰਦਰਲੇ ਤੌਰ ਤੇ ਉਹ ਬੁਰੀ ਤਰ੍ਹਾਂ ਟੁੱਟ ਗਏ ਸਨ, ਹਾਰ ਗਏ ਸਨ, ਜਿਹਦੇ ਕਰਕੇ ਹਮਲੇ ਤੋਂ ਬਾਅਦ ਕੋਈ ਵੀ ਅਕਾਲੀ ਲੀਡਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਖੁੱਲ੍ਹੇ ਰੂਪ 'ਚ ਨਿੰਦਿਆ ਕਰਨ ਦੀ ਹਿੰਮਤ ਨਹੀਂ ਸੀ ਜੁਟਾ ਸਕਿਆ। ਅੱਜ ਤੱਕ ਨਿੰਦਿਆ ਨਹੀਂ ਕਰ ਸਕਦੇ ਖੁੱਲ੍ਹੇ ਰੂਪ 'ਚ। ਪਤਾ ਇਹਨਾਂ ਨੂੰ ਸਿਰਫ ਸਿਆਸੀ ਮਜਬੂਰੀ ਕਰਕੇ ਨਹੀਂ, ਆਪਣੀ ਅੰਦਰਲੀ ਸ਼ਰਮ ਕਰਕੇ ਵੀ। 6 ਜੂਨ ਨੂੰ ਜਦੋਂ ਸੰਤ ਲੌਂਗੋਵਾਲ ਤੇ ਟੌੜੇ ਤੇ ਸਮੇਤ ਅਕਾਲੀ ਦਲ ਦੇ ਹੋਰ ਸਾਰੇ ਲੀਡਰ ਤੇ ਵਰਕਰ ਸਰਾਂ ਦੇ ਅੰਦਰ ਫੌਜ ਦੀ ਹਿਰਾਸਤ 'ਚ ਲਏ ਗਏ ਸਨ, ਤਾਂ ਬੀਬੀ ਅਮਰਜੀਤ ਕੌਰ ਨੇ ਜਜ਼ਬਾਤ ਚੱਕ ਕੇ ਸੰਤ ਜਰਨੈਲ ਸਿੰਘ ਦੀ ਇਹ ਕਹਿੰਦਿਆਂ ਹੋਇਆ ਆਲੋਚਨਾ ਕਰ ਦਿੱਤੀ ਸੀ ਕਿ ਜੇ ਮੈਂ ਉਸ ਦੀ ਥਾਂ ਹੁੰਦੀ ਤਾਂ ਸਪਸ਼ਟ ਕਹਿ ਦਿੰਦੀ ਕਿ ਮੇਰੇ ਗੁਰੂ ਤੇ ਗੋਲੀ ਨਾ ਚਲਾਓ, ਮੈਨੂੰ ਭਾਵੇਂ ਟੁਕੜੇ ਟੁਕੜੇ ਕਰ ਦਿਓ, ਗੁਰੂ ਨੂੰ ਢਾਲ ਵਾਂਗ ਵਰਤਣਾ ਯੋਗ ਨਹੀਂ। ਤਾਂ ਮੌਕੇ ਤੇ ਮੌਜੂਦ ਕਿਸੇ ਬੰਦੇ ਨੇ ਬੀਬੀ ਦੇ ਇਹਨਾਂ ਨਿੰਦਿਆ ਭਾਵੀ ਬਚਨਾਂ ਦਾ ਹੁੰਗਾਰਾ ਨਹੀਂ ਸੀ ਭਰਿਆ ਹੈਗਾ। ਇਹ ਤੱਥ ਹੁੰਦੇ ਨੇ, ਇਹ ਫੈਕਟ ਨੇ। ਇਹ ਕੋਈ ਖੁੱਲ੍ਹੇ ਰੂਪ 'ਚ ਕਿਸ ਤਰੀਕੇ ਨਾਲ ਗੱਲ ਕਰਦਾ, ਕਿਸ ਤਰੀਕੇ ਨਾਲ ਉਸ ਸ਼ਹਾਦਤ ਦੇ ਅਰਥਾਂ ਨੂੰ ਸਮਝਦਾ, ਇਹ ਬੰਦੇ ਦੀ ਬੁੱਧੀ ਹੈ। ਇਹ ਤੱਥ ਨੇ ਜਿਹੜੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸ਼ਹਾਦਤ ਨੇ, ਉਹਨਾਂ ਨੂੰ ਜੇ ਰਾਤੋਂ ਰਾਤ ਇੱਕੋ ਵਾਰ 'ਚ ਸ਼ਹਾਦਤ ਤੋਂ ਬਾਅਦ ਪੂਰੀ ਸਿੱਖ ਕੌਮ ਦਾ ਨਿਰਵਿਵਾਦ ਇੱਕ ਜਿਹੜਾ ਨੇਤਾ ਚੁਣ ਲਿਆ ਸੀ, ਸ਼ਹਾਦਤ ਤੋਂ ਬਾਅਦ ਪਹਿਲੀ ਵਾਰ ਹੋਇਆ ਜਦੋਂ ਸ਼ਹਾਦਤ ਤੋਂ ਬਾਅਦ ਕਿਸੇ ਨੂੰ ਨਿਰਵਿਵਾਦ ਨੇਤਾ ਚੁਣਿਆ ਗਿਆ ਸਿੱਖ ਕੌਮ ਦੇ ਇਤਿਹਾਸ ਦੇ ਵਿੱਚ, ਇਹ ਪਹਿਲੀ ਵਾਰ ਸੀ। ਤਾਂ ਇਹਨਾਂ ਤੱਥਾਂ ਨੇ ਜਿਹੜੇ ਪਤਵੰਤੇ ਸਿੱਖ ਵਿਦਵਾਨ ਹਲਕਿਆਂ 'ਚ ਉਹਨਾਂ ਦੇ ਪ੍ਰਤੀਕਰਮ ਤੇ ਵੀ ਆਪਣਾ ਅਸਰ ਛੱਡਿਆ। ਬਹੁਤ ਸਾਰੇ ਜਿਹੜੇ ਵਿਦਵਾਨ ਆਪਣੀਆਂ ਲਿਖਤਾਂ 'ਚ ਜਾਂ ਆਪਣੇ ਅਖਬਾਰੀ ਬਿਆਨਾਂ ਦੇ ਵਿੱਚ ਸੰਤਾਂ ਦੀ ਆਲੋਚਨਾ ਕਰਦੇ ਸਨ, ਉਹਨਾਂ ਤੇ ਵੀ ਅਸਰ ਪਿਆ। ਹਮਲੇ ਤੋਂ ਪਹਿਲਾਂ ਇਹੋ ਹੀ ਲੋਕ ਜਿਹੜੇ ਸਨ ਉਹ ਆਮ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਜਿਹੜਾ ਖੁੱਲ੍ਹ ਕੇ ਉਹਨਾਂ ਦੇ ਖਿਲਾਫ ਬਿਆਨਬਾਜ਼ੀ ਕਰਦੇ ਸਨ, ਉਹਨਾਂ ਦੀ ਆਲੋਚਨਾ ਕਰਦੇ ਸਨ। ਪਰ ਅਕਾਲੀ ਲੀਡਰਾਂ ਦੇ ਉਲਟ, ਕਿਉਂਕਿ ਇਸ ਵਰਗ ਦੀਆਂ ਕੋਈ ਰਾਜਨੀਤਿਕ ਮਜਬੂਰੀਆਂ ਨਹੀਂ ਸਨ, ਇਸ ਕਰਕੇ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਵੀ ਇਸ ਵਰਗ ਨੇ ਸੰਤ ਜਰਨੈਲ ਸਿੰਘ ਦੇ ਵਿਰੁੱਧ ਲਿਖਣਾ ਬੋਲਣਾ ਭਾਵੇਂ ਬੰਦ ਨਹੀਂ ਸੀ ਕੀਤਾ, ਪਰ ਇਸ ਆਲੋਚਨਾ 'ਚ ਪਹਿਲਾਂ ਵਾਲਾ ਡੰਗ ਨਹੀਂ ਸੀ ਰਿਹਾ, ਪਹਿਲਾਂ ਵਾਲਾ ਤਿੱਖਾਪਣ ਨਹੀਂ ਸੀ ਰਿਹਾ। ਕਿਉਂ? ਕਿਉਂਕਿ ਸਾਰੇ ਸਮਝਦੇ ਸਨ ਕਿ ਸਿੱਖ ਕੌਮ ਨੇ ਸੰਤਾਂ ਨੂੰ ਨਿਰਵਿਵਾਦ ਲੀਡਰ ਚੁਣ ਲਿਆ ਸ਼ਹਾਦਤ ਤੋਂ ਬਾਅਦ। ਇਹ ਅਮੀਰ ਤੇ ਪਤਵੰਤੇ, ਅਖੌਤੀ ਪਤਵੰਤੇ ਸਿੱਖ ਵਿਦਵਾਨ ਜਾਂ ਲੇਖਕ, ਇਹਨਾਂ ਦੀਆਂ ਕੁਝ ਜਿਹੜੀਆਂ ਗੱਲਾਂ ਨੇ, ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ, ਦਰਬਾਰ ਸਾਹਿਬ ਕੰਪਲੈਕਸ ਦੀ ਹੋਈ ਭਿਆਨਕ ਤਬਾਹੀ ਤੇ ਫੌਜ ਵੱਲੋਂ ਆਮ ਸਿੱਖ ਸ਼ਰਧਾਲੂਆਂ ਤੇ ਢਾਏ ਗਏ ਜਿਹੜੇ ਅਤਿਆਚਾਰਾਂ ਦੀ ਬਹੁਤ ਤਿੱਖੀ ਤੇ ਤਕੜੀ ਪੀੜ ਮਹਿਸੂਸ ਕੀਤੀ ਸੀ। ਇਸ ਪੀੜ ਦੀ ਖਾਸ ਗੱਲ ਇਹ ਸੀ ਕਿ ਇਹਦੇ 'ਚ ਗੁੱਸੇ ਨਾਲੋਂ ਸਦਮੇ ਦਾ ਜਿਹੜਾ ਤੱਤ ਸੀ ਉਹ ਜ਼ਿਆਦਾ ਸੀ, ਤੇ ਇਹਦੇ 'ਚ ਸਦਮੇ ਦਾ ਜਿਹੜਾ ਨਿਰੋਲ ਧਾਰਮਿਕ ਸੰਵੇਦਨਾ ਨਹੀਂ ਸੀ, ਸਦਮੇ ਦੀ ਨਿਰੋਲ ਵਿਅਕਤੀਗਤ ਪੱਧਰ ਤੇ ਭਾਵਨਾਵਾਂ ਦਾ ਉਬਾਲਾ ਜਾਂ ਉਛਾਲਾ ਵੀ ਨਹੀਂ ਸੀ। ਇਹਦੇ 'ਚ ਧਾਰਮਿਕ ਸੰਵੇਦਨਾ ਦੇ ਨਾਲ ਨਾਲ ਸਿਧਾਂਤਕ ਸੰਵੇਦਨਾ
ਵਧੇਰੇ ਸੀ। ਦਰਬਾਰ ਸਾਹਿਬ ਤੇ ਹਮਲੇ ਨਾਲ ਪਤਵੰਤੇ ਸਿੱਖ ਵਿਦਵਾਨ ਵਰਗ ਦੀਆਂ ਸਿਰਫ ਧਾਰਮਿਕ ਭਾਵਨਾਵਾਂ ਜ਼ਖਮੀ ਨਹੀਂ ਸੀ ਹੋਈਆਂ, ਇਹਦੇ ਨਾਲ ਉਹਨਾਂ ਦੀਆਂ ਕੁਝ ਬਹੁਤ ਜ਼ਿਆਦਾ ਸਿਧਾਂਤਕ ਮਾਨਤਾਵਾਂ ਦਾ ਵੀ ਭੋਗ ਪੈ ਗਿਆ ਸੀ, ਜਿਹੜੀਆਂ ਉਹ ਮਾਨਤਾਵਾਂ ਮੰਨਦੇ ਸਨ। ਇੱਕ ਮੰਨੀ ਪਰਮੰਨੀ ਸੱਚਾਈ ਹੈ ਕਿ ਵਿਦਵਾਨ ਭਾਈਚਾਰੇ ਲਈ ਉਹਨਾਂ ਦੇ ਸਿਧਾਂਤਕ ਅਕੀਦੇ, ਉਹਨਾਂ ਦੇ ਜੋ ਠੋਸ ਉਹਨਾਂ ਨੇ ਆਪਣੇ ਅਸੂਲ ਬਣਾਏ ਹੁੰਦੇ ਨੇ, ਧਾਰਮਿਕ ਵਿਸ਼ਵਾਸਾਂ ਜਿੰਨੇ ਜਿਹੜੇ ਪਵਿੱਤਰ ਹੁੰਦੇ ਨੇ, ਉਹਨਾਂ ਵਿਸ਼ਵਾਸਾਂ ਨੂੰ, ਉਹਨਾਂ ਅਕੀਦਿਆਂ ਨਾਲ ਉਹਨਾਂ ਦਾ ਬਹੁਤ ਕੁਝ ਜੁੜਿਆ ਹੁੰਦਾ ਤੇ ਉਹਨਾਂ ਦੀ ਰੋਜ਼ੀ ਰੋਟੀ, ਪਛਾਣ, ਰੁਤਬਾ, ਇੱਜ਼ਤ ਤੇ ਮਾਣ ਵਡਿਆਈ, ਗੱਲ ਕੀ ਹਰ ਕੁਝ ਉਹਨਾਂ ਦਾ ਜੁੜਿਆ ਹੁੰਦਾ ਤੇ ਉਹ ਉਹਨਾਂ ਦੇ ਪੂਜਕ ਹੁੰਦੇ ਨੇ, ਜਿਹੜੀਆਂ ਗੱਲਾਂ ਉਹਨਾਂ ਨੂੰ ਜ਼ਿੰਦਗੀ 'ਚ ਜ਼ਰੂਰੀ ਚਾਹੀਦੀਆਂ ਹੁੰਦੀਆਂ ਨੇ। ਇਸ ਕਰਕੇ ਜਦੋਂ ਕਿਸੇ ਕਾਰਵਾਈ ਜਾਂ ਘਟਨਾਕ੍ਰਮ ਕਰਕੇ ਉਹਨਾਂ ਦੇ ਪਰਮ ਪਵਿੱਤਰ ਸਿਧਾਂਤਕ ਟੀਚਿਆਂ ਨੂੰ, ਉਹਨਾਂ ਦੀਆਂ ਆਸ਼ਾਵਾਂ ਨੂੰ, ਉਹਨਾਂ ਦੇ ਈਸਟ ਨੂੰ ਜਦੋਂ ਠੇਸ ਪਹੁੰਚਦੀ ਹੈ ਨਾ, ਜਾਂ ਇਹਨਾਂ ਦੀ ਪ੍ਰਮਾਣਿਕਤਾ ਤੇ ਪ੍ਰਸ਼ਨ ਚਿੰਨ੍ਹ ਲੱਗਦਾ ਜਦੋਂ, ਤਾਂ ਉਹਨਾਂ ਲਈ ਇਹ ਘਟਨਾ ਕਿਸੇ ਪਰਲੋ ਤੋਂ ਘੱਟ ਨਹੀਂ ਹੁੰਦੀ। ਇਹਦੇ ਨਾਲ ਉਹਨਾਂ ਨੂੰ ਆਪਣਾ ਸਾਰਾ ਸੰਸਾਰ ਉਜੜਦਾ ਪ੍ਰਤੀਤ ਹੁੰਦਾ ਤੇ ਇਹਦੇ ਨਾਲ ਉਹਨਾਂ ਨੂੰ ਆਪਣਾ ਸਾਰਾ ਸੰਸਾਰ ਜਿਹੜਾ ਹੈ ਉਹ ਬਿਖਰ ਗਿਆ ਲੱਗਦਾ। ਉਹਨਾਂ ਦੇ ਜੀਵਨ ਦੀ ਸਾਰੀ ਕਮਾਈ ਦੇ ਰੁੜ-ਪੁੜ ਜਾਣ ਦਾ ਖਤਰਾ ਉਹਨਾਂ ਦੇ ਸਾਹ ਸੂਤ ਲੈਂਦਾ। ਇਹ ਉਸ ਵਰਗ ਦਾ ਇੱਕ ਲੱਛਣ ਹੈ, ਭਾਵੇਂ ਉਹ ਅਮੀਰ ਹੋਵੇ, ਭਾਵੇਂ ਗਰੀਬ ਹੋਵੇ, ਭਾਵੇਂ ਲੀਡਰ ਹੈ, ਭਾਵੇਂ ਜੋ ਵੀ ਹੈ। ਇਹ ਗੱਲ ਤਾਂ ਹਰ ਇੱਕ ਬੰਦਾ ਮੰਨਦਾ। ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ, ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲੇ ਤੋਂ ਬਾਅਦ ਜਿਨ੍ਹਾਂ ਦੀਆਂ ਧਾਰਨਾਵਾਂ ਸੰਤ ਜਰਨੈਲ ਸਿੰਘ ਬਾਰੇ ਨਫ਼ਰਤ ਭਰੀਆਂ ਸਨ, ਉਹਨਾਂ ਦੀਆਂ ਧਾਰਨਾਵਾਂ ਬਦਲ ਗਈਆਂ 6 ਜੂਨ ਤੋਂ ਬਾਅਦ। ਇਸ ਨਜ਼ਰ ਤੋਂ ਦੇਖਿਆ, ਭਾਰਤ ਤੇ ਇੰਡੀਅਨ ਸਟੇਟ ਨਾਲ ਡੂੰਘਾ ਜਿਹੜਾ ਲਗਾਅ ਰੱਖਣ ਵਾਲੇ ਤੇ ਹਿੰਦੂ ਧਰਮ, ਹਿੰਦੂ ਸੰਸਕ੍ਰਿਤੀ ਤੇ ਹਿੰਦੂ ਸਮਾਜ ਦੇ ਨਾਲ ਸਿੱਖਾਂ ਦੀ ਜਿਹੜੀ ਅਟੁੱਟ ਗੂੜੀ ਤੇ ਡੂੰਘੀ ਸਾਕਾਦਾਰੀ ਦਾ ਹੋਕਾ ਦੇਣ ਵਾਲੇ ਪਤਵੰਤੇ ਸਿੱਖ ਵਿਦਵਾਨ, ਉਹਦੇ ਲਈ ਦਰਬਾਰ ਸਾਹਿਬ ਤੇ ਹਮਲੇ ਦੀ ਘਟਨਾ ਸੱਚਮੁੱਚ ਹੀ ਕਿਸੇ ਪਰਲੋ ਤੋਂ ਘੱਟ ਨਹੀਂ ਸੀ ਹੈਗੀ। ਉਹਨਾਂ ਨੇ ਆਪਣੇ ਮਨ 'ਚ ਇੰਡੀਅਨ ਸਟੇਟ ਦੇ ਜਮਹੂਰੀ ਤੇ ਸੈਕੂਲਰ ਹੋਣ ਬਾਰੇ ਤੇ ਹਿੰਦੂ ਸਮਾਜ ਦੀ ਧਾਰਮਿਕ ਰਵਾਦਾਰੀ ਦੀ ਸਹਿਣਸ਼ੀਲਤਾ ਬਾਰੇ ਜਿਹੜੇ ਵਿਸ਼ਵਾਸ ਪਾਲ ਰੱਖੇ ਸਨ ਆਪਣੇ ਮਨ ਦੇ ਵਿੱਚ, ਉਹਨਾਂ ਦੇ ਪਾਜ ਖੁੱਲ੍ਹ ਗਏ। ਉਹਨਾਂ ਨੂੰ ਲੱਗਿਆ ਕਿ ਅਸੀਂ ਝੂਠੇ ਸਾਂ। ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਕਿ ਇੰਡੀਅਨ ਸਟੇਟ ਝੂਠੀ ਹੈ। ਇਹਨਾਂ ਵਿਸ਼ਵਾਸਾਂ ਦਾ ਉਹਨਾਂ ਨੂੰ ਬਹੁਤ ਆਸਰਾ ਸੀ ਤੇ ਇਹਦੇ ਨਾਲ ਉਹ ਭਾਰਤ ਦੇ ਅੰਦਰ ਆਪਣੇ ਆਪ ਨੂੰ ਸੁਰੱਖਿਅਤ ਤੇ ਆਜ਼ਾਦ ਮਹਿਸੂਸ ਕਰਦੇ ਸਨ। ਇੱਕ ਭਰਮ ਪਲਿਆ ਹੋਇਆ ਸੀ ਉਹਨਾਂ ਦੇ ਮਨ ਦੇ ਵਿੱਚ। ਉਹ ਇਸ ਅਹਿਸਾਸ ਦਾ ਪੱਲਾ ਨਹੀਂ ਸੀ ਛੱਡਣਾ ਚਾਹੁੰਦੇ। ਮਜਬੂਰੀਆਂ ਹੁੰਦੀਆਂ ਨੇ। ਕਿਉਂ ਇਸ ਪੱਲਾ ਛੁੱਟਣ ਦੇ ਨਾਲ ਉਹਨਾਂ ਦੇ ਜੀਵਨ ਦੇ ਅੰਦਰ ਵੱਡਾ ਬਖੇੜਾ ਸੀ। ਚੱਤੋ ਪੈਰ ਬਹੁ ਗਿਣਤੀ ਭਾਈਚਾਰੇ ਦੇ ਭੈ ਤੇ ਡਰਾਬੇ ਦੇ ਹੇਠਾਂ ਰਹਿਣਾ ਬਹੁਤ ਭਿਆਨਕ ਤੇ ਦੁਖਦਾਇਕ ਹੁੰਦਾ। ਇਹ ਬਹੁ ਗਿਣਤੀ ਦੇ ਭੈ ਤੇ ਡਰਾਬੇ ਦੇ ਹੇਠਾਂ ਰਹਿਣਾ ਸੀ ਜਿਹੜਾ ਨਾ ਪੰਜਾਬ ਤੋਂ ਬਾਹਰ। ਇਸ ਕਰਕੇ ਉਹ ਗੁਣ ਗਾਉਂਦੇ ਸੀ ਹਿੰਦੂ ਸਿੱਖ ਭਾਈਚਾਰੇ ਦੀ ਏਕਤਾ ਦੇ। ਇਸ ਕਰਕੇ ਉਹ ਗੁਣ ਗਾਉਂਦੇ ਸਨ। ਤਾਂ ਇਸ ਭੈ ਤੇ ਕਸ਼ਟ ਤੋਂ ਸੁਰਖਰੂ ਹੋਣ ਦਾ ਜਿਹੜਾ ਸੌਖਾ ਤੇ ਸਰਲ ਜਿਹਾ ਢੰਗ ਇਹਦੀ ਸੱਚਾਈ ਤੋਂ ਇਨਕਾਰੀ ਹੋਣਾ ਹੈ ਤੇ ਇਹਦੀ ਥਾਂ ਤੇ ਮਨ ਦੇ ਵਿੱਚ ਬਾਹਰਮੁਖੀ ਜਿਹੜੀ ਅਸਲ ਸੱਚ ਦੀ ਗੱਲ ਹੈ, ਸੱਚ ਹੈ ਜੋ, ਉਹਦਾ ਇੱਕ ਝੂਠਾ ਤੇ ਨਕਲੀ ਜਿਹਾ ਪਰਛਾਵਾਂ ਬਣਾ ਲੈਂਦਾ ਆਪਣੇ ਮਨ ਦੇ ਵਿੱਚ ਬੰਦਾ। ਜੇ ਇਸ ਪਰਛਾਵੇਂ ਨਾਲ ਸੋਹਣੀ ਜ਼ਿੰਦਗੀ ਸ਼ੁਰੂ ਕੀਤੀ ਜਾ ਸਕਦੀ ਹੋਵੇ ਤਾਂ ਇਹਦਾ ਖਹਿੜਾ ਕਿਉਂ ਛੱਡਿਆ ਜਾਵੇ। ਇਹ ਪਰਛਾਵਿਆਂ ਦੇ ਨਾਲ, ਵਹਿਮਾਂ ਦੇ ਨਾਲ ਚੰਗੀ ਜ਼ਿੰਦਗੀ ਦੀ ਸ਼ੁਰੂਆਤ ਨਹੀਂ ਹੁੰਦੀ। ਇਹ ਸਿਰਫ ਵਹਿਮ ਸੀ ਉਹਨਾਂ ਦਾ, ਹਿੰਦੂ ਸਿੱਖ ਏਕਤਾ ਦਾ। ਇਹ ਵਹਿਮ ਸੀ ਕਿ ਅਸੀਂ ਆਜ਼ਾਦ ਹਾਂ ਪੰਜਾਬ ਤੋਂ ਬਾਹਰ। ਪਰ ਉਹ ਡਰਾਬੇ ਦੇ ਵਿੱਚ, ਬਹੁ ਗਿਣਤੀ ਦੇ ਡਰਾਬੇ 'ਚ ਜੀ ਰਹੇ ਸਨ, ਡਰਦੇ ਸਨ। ਉਹ ਭਰਮ ਟੁੱਟ ਗਿਆ ਉਹਨਾਂ ਦਾ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ। ਕਮਜ਼ੋਰ ਦਿਲਾਂ ਦੇ ਲੋਕਾਂ ਲਈ ਸੁੱਖ ਦੇ ਦਿਨ ਕੱਟਣ ਦਾ ਇਹ ਸਾਰਿਆਂ ਨਾਲੋਂ ਸੌਖਾ ਤਰੀਕਾ ਹੁੰਦਾ ਕਿਸੇ ਦੇ ਥੱਲੇ ਜੀ ਲੈਣਾ। ਕਮਜ਼ੋਰ ਦਿਲ ਦੇ ਲੋਕਾਂ ਲਈ। ਵਿਦਵਾਨਾਂ 'ਚ ਆਮ ਲੋਕਾਂ ਦੇ ਨਾਲੋਂ ਵਾਧੂ ਗੱਲ ਇਹ ਹੁੰਦੀ ਹੈ ਕਿ ਉਹਨਾਂ ਦੇ ਕੋਲ ਮਨ ਦੀ ਕਮਜ਼ੋਰੀ ਨੂੰ ਸਿਧਾਂਤਾਂ ਦੀ ਜਿਹੜੀ ਪੁਸ਼ਾਕ ਪਹਿਨਾ ਕੇ ਉਹਨੂੰ ਅੱਗੇ ਵੱਧ ਤੋਂ ਵੱਧ ਲੋਕਾਂ ਤੱਕ ਪੜ੍ਹਨਯੋਗ ਬਣਾਉਣਾ ਜਾਂ ਉਸ ਦਾ ਫੈਲਾਅ ਕਰਨਾ, ਉਹਦੀ ਜਾਂਚ ਹੁੰਦੀ ਹੈ ਉਹਨਾਂ ਨੂੰ। ਵਿਦਵਾਨਾਂ ਨੂੰ ਲੇਖਕ ਹੁੰਦੇ ਨੇ ਜਿਹੜੇ, ਸ਼ਬਦ ਹੁੰਦੇ ਨੇ ਉਹਨਾਂ ਦੇ ਕੋਲ, ਸ਼ਬਦਾਂ ਦਾ ਜਾਲ ਹੁੰਦਾ ਉਹਨਾਂ ਦੇ ਕੋਲ। ਉਹਨਾਂ ਦੇ ਕੋਲ ਛਲਾਵੇ ਨੂੰ ਸੱਚਾਈ ਬਣਾ ਕੇ ਪੇਸ਼ ਕਰਨ ਲਈ ਹਮੇਸ਼ਾ ਦਲੀਲਾਂ ਦਾ ਕਾਫੀ ਭੰਡਾਰ ਹੁੰਦਾ। ਦਲੀਲ, ਤਰਕ ਕਾਫੀ ਦਿੰਦੇ ਨੇ ਉਹ, ਜਿਨ੍ਹਾਂ ਦੀ
ਉਹ ਵਰਤੋਂ ਕਰਨ ਦੇ ਚੰਗੇ ਉਸਤਾਦ ਹੁੰਦੇ ਨੇ ਤੇ ਐਸੇ ਕਰਕੇ ਆਮ ਹਾਲਤ ਦੇ ਵਿੱਚ ਉਹਨਾਂ ਨੂੰ ਦਲੀਲ ਨਾਲ ਕਾਇਲ ਕਰ ਸਕਣਾ ਤੇ ਹਕੀਕਤ ਬਾਰੇ ਮਨ ਦੇ ਵਿੱਚ ਜਿਹੜੀ ਝੂਠੀ ਤਸਵੀਰ ਬਣਾਈ ਹੁੰਦੀ ਹੈ, ਮਾਇਆ ਜਾਲ ਹੁੰਦਾ ਜਿਹੜਾ, ਉਹਦੇ ਤੋਂ ਦੂਰ ਕਰਨਾ, ਪ੍ਰੇਰਿਤ ਕਰ ਸਕਣਾ ਸੌਖਾ ਕੰਮ ਨਹੀਂ ਹੁੰਦਾ ਹੈਗਾ। ਇਹੋ ਜਿਹਾ ਜਿਹੜਾ ਯਤਨ ਕਰਨ ਵਾਲੇ ਸ਼ਖਸ ਦੇ ਕੋਲ ਜੇ ਉਹਨਾਂ ਦੇ ਜਿੰਨੀ ਹੀ ਜਾਂ ਉਹਨਾਂ ਤੋਂ ਕੁਝ ਵੱਧ ਵੀ ਦੁਨਿਆਵੀ ਵਿਦਿਅਕ ਯੋਗਤਾ ਤੇ ਬੌਧਿਕ ਕਾਬਲੀਅਤ ਨਾ ਹੋਵੇ ਤੇ ਹਕੀਕਤ ਬਾਰੇ, ਸੱਚ ਬਾਰੇ ਉਹਦੀ ਸਮਝ ਤੇ ਧਾਰਨਾ ਦਾ ਜਿਹੜਾ ਅੰਤਰਗਿਆਨ ਤੇ ਅਨੁਭਵ ਹੋਵੇ ਤਾਂ ਇਸ ਨੂੰ ਉਹ ਸੌਖ ਦੇ ਨਾਲ ਜਹਾਲਤ ਤੇ ਉਜੜਪੁਣਾ ਕਹਿ ਕੇ ਰੱਦ ਕਰ ਦਿੰਦੇ ਨੇ। ਇਹੋ ਹੀ ਗੱਲ ਸੀ ਉਹਨਾਂ 'ਚ ਦੁਨਿਆਵੀ ਵਿਦਵਤਾ ਤੇ ਮਾਣ ਕਰਨਾ ਤੇ ਅੰਤਰਗਿਆਨ ਤੇ ਜਿਹੜਾ ਤਜਰਬਾ ਹੁੰਦਾ ਉਹਨੂੰ ਛੋਟਾ ਕਰਕੇ ਜਾਣਨ ਦੀ ਭਾਵਨਾ ਤੇ ਉਹਨਾਂ ਦੀ ਜਿਹੜੀ ਆਦਤ ਸੀ ਉਹ ਜ਼ਿਆਦਾ ਤਾਕਤਵਰ ਸੀ। ਪਰ ਹਕੀਕਤ ਬੜੀ ਬੇਲਿਹਾਜ਼ ਤੇ ਤਾਕਤਵਰ ਹੁੰਦੀ ਹੈ। ਹਕੀਕਤ, ਸੱਚ, ਇਤਿਹਾਸ ਦੇ ਉਹ ਬੇਰਹਿਮ ਜਿਹੜੇ ਪਲ ਹੁੰਦੇ ਨੇ ਜਦੋਂ ਇਸ ਤਾਕਤ ਦੇ ਤੇਜ ਮੂਹਰੇ, ਇਸ ਤਾਕਤ ਦੀ ਗਤੀ ਦੇ ਮੂਹਰੇ ਆਪਣੇ ਮਨ ਦੇ ਵਿੱਚ ਬੁਣੀਆਂ ਜਾ ਰਹੀਆਂ ਜਿਹੜੀਆਂ ਖਿਆਲੀ ਧਾਰਨਾਵਾਂ ਦੇ ਬੁੱਤ ਧੜਮ ਕਰਕੇ ਡਿੱਗ ਜਾਂਦੇ ਨੇ। ਇਹ ਪਤਾ ਨਹੀਂ ਲੱਗਦਾ ਕਦੋਂ ਡਿੱਗ ਜਾਂਦੇ ਨੇ। ਇੱਕ ਪਲ ਦੇ ਵਿੱਚ, ਅੱਖ ਝਪਕਣ ਦੇ ਫੋਰੇ ਜਿੰਨ ਸਾਡਾ ਜਿਹੜਾ ਹੰਕਾਰ ਹੁੰਦਾ ਜਾਂ ਜਿਹੜੀ ਸਾਡੀ ਵਿਦਵਤਾ ਉਹ ਢਹਿਰੀ ਹੋ ਜਾਂਦੀ ਹੈ। ਭਰਮਾਂ ਦੇ ਸੰਸਾਰ 'ਚ ਰਹਿ ਰਹੇ ਤੇ ਇਹਦਾ ਆਨੰਦ ਭੋਗ ਰਹੇ ਵਿਦਵਾਨ ਭਾਈਚਾਰੇ ਲਈ ਇਹੋ ਜਿਹੀਆਂ ਘੜੀਆਂ ਜਿਹੜੀਆਂ ਹੁੰਦੀਆਂ ਨੇ ਨਾ, ਉਹ ਰੱਬੀ ਕਰੋਪੀ ਦੇ ਬਰਾਬਰ ਹੁੰਦੀਆਂ ਨੇ। ਤੇ ਇਹੋ ਜਿਹੀ ਜਿਹੜੀ ਅਣਚਿਤਵੀ ਤੇ ਅਣਚਾਹੀ ਹਾਲਤ ਹੁੰਦੀ ਹੈ ਉਹਦੇ ਸਾਹਮਣੇ ਉਹਨਾਂ ਤੇ ਇੱਕ ਬੇਵਸੀ, ਮਾਯੂਸੀ, ਉਦਾਸੀ, ਬੇਯਕੀਨੀ ਤੇ ਪਤਾ ਨਹੀਂ ਹੋਰ ਕੀ ਰੌਂ ਜਿਹੜੇ ਹੁੰਦੇ ਨੇ ਉਹ ਹਾਵੀ ਹੋ ਜਾਂਦੇ ਨੇ। ਇੱਕ ਬਹੁਤ ਵੱਡੇ ਵਿਦਵਾਨ ਹੋਏ ਨੇ ਪੰਜਾਬੀ ਦੇ, ਉਹਨਾਂ ਨੇ ਕਰਤਾਰ ਸਿੰਘ ਦੁੱਗਲ, ਉਹਨਾਂ ਨੇ ਆਪਣੀ ਇੱਕ ਲਿਖਤ ਦੇ ਵਿੱਚ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਸਿੱਖ ਵਿਦਵਾਨ ਭਾਈਚਾਰੇ ਦੇ ਕੁਝ ਲੋਕਾਂ ਦੇ ਅੰਦਰ ਪੈਦਾ ਹੋਏ ਇਸ ਮਾਨਸਿਕ ਰੌਂ ਦੀ ਇੱਕ ਬਹੁਤ ਵਧੀਆ ਜਿਹੜੀ ਤਸਵੀਰ ਪੇਸ਼ ਕੀਤੀ ਹੈ। ਦੁੱਗਲ ਸਾਹਿਬ ਲਿਖਦੇ ਨੇ ਕਿ ਸ੍ਰੀ ਦਰਬਾਰ ਸਾਹਿਬ ਦੇ ਹਮਲੇ ਤੋਂ ਅਗਲੇ ਦਿਨ ਚੰਡੀਗੜ੍ਹ ਯੂਨੀਵਰਸਿਟੀ ਦੀ ਕੋਈ ਮੀਟਿੰਗ ਸੀ। ਉਹ ਕਹਿੰਦੇ ਮਹਿਮਾਨਖਾਨੇ 'ਚ ਮੈਂ ਵੜਿਆ ਸੀ ਕਿ ਮੈਨੂੰ ਦੱਸਿਆ ਗਿਆ ਕਿ ਮੇਰੇ ਮਿੱਤਰ ਮੁਬਾਰਕ ਸਿੰਘ ਵੀ ਨਾਲ ਦੇ ਕਮਰੇ 'ਚ ਠਹਿਰੇ ਹੋਏ ਸਨ। ਉਹ ਕਹਿੰਦੇ ਕਿ ਜਿੰਨਾ ਚਿਰ ਮੇਰਾ ਸਮਾਨ ਕਮਰੇ 'ਚ ਲਿਜਾਇਆ ਜਾ ਰਿਹਾ ਸੀ ਮੈਂ ਮੁਬਾਰਕ ਨੂੰ ਮਿਲਣ ਤੁਰ ਪਿਆ। ਮੁਬਾਰਕ ਸਿੰਘ ਦੇ ਕਮਰੇ 'ਚ ਅੱਗੇ ਪ੍ਰੋਫੈਸਰ ਗੁਰਚਰਨ ਸਿੰਘ ਤਾਲਬ ਵੀ ਆਏ ਹੋਏ ਸਨ। ਕਮਰੇ 'ਚ ਕਹਿੰਦੇ ਬਹੁਤ ਚੁੱਪਚਾਪ ਸੀ ਸਾਰਾ ਕੁਝ। ਦਰਬਾਰ ਸਾਹਿਬ ਤੇ ਹਮਲੇ ਤੋਂ ਅਗਲੇ ਦਿਨ ਦੀ ਗੱਲ ਕਰਦੇ ਨੇ ਉਹ। ਆਮੋ ਸਾਹਮਣੇ ਕੁਰਸੀਆਂ ਤੇ ਬੈਠੇ ਮੁਬਾਰਕ ਸਿੰਘ ਤੇ ਤਾਲਿਬ ਬਿਟ-ਬਿਟ ਇੱਕ ਦੂਜੇ ਵੱਲ ਦੇਖ ਰਹੇ ਸਨ, ਚੁੱਪ, ਖਾਮੋਸ਼, ਹੱਕੇ ਬੱਕੇ, ਜਿਵੇਂ ਕਿਸੇ ਨੇ ਕਿਸੇ ਦੇ ਮੂੰਹ ਤੇ ਚਪੇੜ ਕੱਢ ਮਾਰੀ ਹੋਵੇ। ਚੁੱਪ ਚੁਪੀਤਾ। ਕਹਿੰਦੇ ਮੈਂ ਵੀ ਉਹਨਾਂ ਦੇ ਨਾਲ ਦੀ ਕੁਰਸੀ ਤੇ ਬੈਠਾ ਰਿਹਾ ਤੇ ਕੁਝ ਚਿਰ ਬਾਅਦ ਪਿੱਛੇ ਮੇਰੀ ਚਾਹ ਵੀ ਆ ਗਈ। ਚਾਹ ਮੇਜ਼ ਤੇ ਪਈ ਠੰਡੀ ਹੋ ਗਈ। ਉਹ ਦਿਨ ਆਪਣੇ ਕਮਰੇ 'ਚ ਪਰਤ ਕੇ ਮੈਂ ਇੱਕ ਕਹਿੰਦੇ ਕਵਿਤਾ ਲਿਖੀ। ਉਹ ਕਵਿਤਾ ਉਹਨਾਂ ਨੇ ਇੱਥੇ ਸ਼ਬਦ ਦਿੱਤੇ ਨੇ ਉਹਨਾਂ ਨੇ ਕਵਿਤਾ ਦੇ। ਉਹ ਕਹਿੰਦੇ ਕਿ ਇਸ ਪਿੰਡ ਵਿੱਚ ਚੁੱਪ ਕਿਉਂ ਹੈ, ਇੱਕ ਸਖਤਾ ਛਾਇਆ ਹੈ, ਕੋਈ ਬੰਬ ਕਿਤੇ ਡਿੱਗਿਆ, ਕਿਸੇ ਕੋਠਾ ਢਾਇਆ ਹੈ, ਇਸ ਪਿੰਡ ਵਿੱਚ ਚੁੱਪ ਕਿਉਂ ਹੈ। ਇਹ ਕਵਿਤਾ ਦੀਆਂ ਸਤਰਾਂ ਨੇ ਜਿਹੜੀਆਂ ਕਰਤਾਰ ਸਿੰਘ ਦੁੱਗਲ ਨੇ ਫਿਰ ਲਿਖੀਆਂ ਬਾਅਦ ਦੇ ਵਿੱਚ। ਦਰਬਾਰ ਸਾਹਿਬ ਤੇ ਫੌਜੀ ਹਮਲੇ ਦੀ ਘਟਨਾ ਨੇ ਇਹਨਾਂ ਪਤਵੰਤੇ ਅਮੀਰ ਸਿੱਖ ਵਿਦਵਾਨ ਭਾਈਚਾਰਿਆਂ ਲਈ ਜਿਹੜੀ ਭਾਵਨਾ ਅੰਦਰੋਂ ਜਗਾਤੀ, ਸਿਧਾਂਤਕ ਭਾਵਨਾ ਜਗਾਤੀ, ਦੋਵਾਂ ਪੱਧਰਾਂ ਤੇ ਭਾਰੀ ਸੰਕਟ ਖੜਾ ਕਰ ਦਿੱਤਾ ਸੀ ਇਹਨਾਂ ਦੇ ਮਨ ਦੇ ਵਿੱਚ। ਤੇ ਇਹਦੇ ਨਾਲ ਜੋ ਚੀਜ਼ ਕੋਈ ਵੀ ਸਿੱਖਾਂ ਦਾ ਲੀਡਰ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਨਹੀਂ ਕਰ ਸਕਿਆ, ਨਹੀਂ ਅਸਰ ਪਾ ਸਕਿਆ, ਉਹ ਸੰਤ ਜਰਨੈਲ ਸਿੰਘ ਦੀ ਸ਼ਹਾਦਤ ਦੇ ਨਾਲ ਸਾਰੇ ਸਿੱਖ ਵਰਗਾਂ ਤੇ ਉਹ ਅਸਰ ਪਿਆ। ਚਾਹੇ ਕੋਈ ਕਾਂਗਰਸੀ ਸਿੱਖ ਸੀ, ਚਾਹੇ ਕੋਈ ਮਨਮੁਖ ਸਿੱਖ ਸੀ, ਚਾਹੇ ਕੋਈ ਦੇਵੀ ਦਾ ਪੁਜਾਰੀ ਸਿੱਖ ਸੀ, ਚਾਹੇ ਕੋਈ ਵੀ ਸਿੱਖ ਸੀ। ਇਹਦਾ ਮੌਕਾ ਨਹੀਂ ਸਾਂਭਿਆ ਅੱਗੇ ਆਪਾਂ ਤੇ ਫੇਰ ਗੱਲ ਕਰਾਂਗੇ। ਇਹ ਜਿਹੜੀ ਸੰਤਾਂ ਦੀ ਸ਼ਹੀਦੀ ਨੂੰ, ਸੰਤਾਂ ਦੀ ਸ਼ਹਾਦਤ ਨੂੰ ਫਲ ਕਿਉਂ ਨਹੀਂ ਲੱਗਣ ਦਿੱਤਾ ਗਿਆ, ਇਹਦੇ ਬਾਰੇ ਆਪਾਂ ਫੇਰ ਗੱਲ ਕਰਾਂਗੇ। ਤੇ ਇਹ ਮੌਕਾ ਸੀ ਇੱਕ, ਇਸ ਤਰੀਕੇ ਨਾਲ ਜਿਹੜਾ ਸਿੱਖਾਂ ਦਾ ਵਿਦਵਾਨ ਵਰਗ ਸੀ ਉਹ ਵੀ ਟੁੱਟ ਕੇ ਬੁਰੀ ਤਰ੍ਹਾਂ ਜਿਹੜਾ ਸੀ ਆਪਣੇ ਸਿਧਾਂਤ ਵੱਲ ਆ ਗਿਆ। ਇੰਡੀਅਨ ਸਟੇਟ ਨੂੰ ਜਮਹੂਰੀ ਤੇ ਸੈਕੂਲਰ ਸਮਝਣ ਵਾਲੇ ਤੇ ਇਹਦੀ ਫਿਰਕੂ ਤੇ ਫਾਸ਼ੀਵਾਦੀ ਜਿਹੜੀ ਖਾਸ ਗੱਲ ਸੀ, ਉਸ ਤੱਥ ਤੋਂ ਮੁਨਕਰ ਹੋਣ ਵਾਲੇ ਸਿੱਖ ਵਿਦਵਾਨਾਂ ਕੋਲ ਇਸ ਹਮਲੇ ਦੀ, ਖਾਸ ਕਰਕੇ ਇਸ ਤਰੀਕੇ ਨਾਲ, ਜਿਸ ਤਰੀਕੇ ਨਾਲ ਹਮਲਾ ਕੀਤਾ ਗਿਆ, ਜਿਸ ਤਰੀਕੇ ਨਾਲ ਉੱਥੇ ਜ਼ਬਰ ਤੇ ਜ਼ੁਲਮ ਕੀਤਾ ਗਿਆ, ਜਿਸ ਤਰੀਕੇ ਨਾਲ ਉੱਥੇ ਅਣਮਨੁੱਖੀ ਕਾਰੇ ਕੀਤੇ ਗਏ,
ਇਹਦੇ ਵਹਿਸ਼ੀਪਣ ਦੀ ਕੋਈ ਵੀ ਵਿਆਖਿਆ ਨਹੀਂ ਸੀ ਕਿਸੇ ਕੋਲ ਕੋਈ ਜਚਵਾਂ ਕਾਰਨ ਨਹੀਂ ਸੀ ਕਿ ਹਿੰਦੂ ਸਟੇਟ ਨੇ ਇਹ ਕਿਉਂ ਕੀਤਾ। ਹਿੰਦੂ ਸਮਾਜ ਦੀ ਜਿਹੜੀ ਧਾਰਮਿਕ ਫਰਾਖਦਿਲੀ ਤੇ ਸਹਿਣਸ਼ੀਲਤਾ ਦੇ ਸੋਹਲੇ ਗਾਉਣ ਵਾਲੇ, ਜਿਹੜੇ ਉਹਦੀ ਉਸਤਤ ਕਰਨ ਵਾਲੇ ਤੇ ਹਿੰਦੂ ਮਾਨਸਿਕਤਾ 'ਚ ਲੁਕਵੇਂ ਰੂਪ 'ਚ ਅੰਦਰ ਖਾਤੇ ਜਿਹੜੀ ਪਲ ਰਹੀ ਸੀ ਨਾ ਸਿੱਖ ਦੁਸ਼ਮਣੀ, ਉਹਦੀ ਜਿਹੜੀ ਤਾਸੀਰ ਸੀ, ਉਹਨੂੰ ਸਿਰਫ ਪਛਾਣਨ ਤੋਂ ਇਹ ਲੋਕ ਨਾਕਾਮ ਨਹੀਂ ਰਹੇ, ਸਗੋਂ ਇਸ ਬਾਰੇ ਕਿਸੇ ਵਧੀਆ ਪਛਾਣਕਾਰ ਦੀ ਗੱਲ ਨੂੰ ਸੁਣਨ ਤੋਂ ਕੱਟੜਪੁਣੇ ਨਾਲ ਇਨਕਾਰੀ ਹੁੰਦੇ ਰਹੇ। ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਇਹੋ ਹੀ ਤਾਂ ਪਛਾਣ ਕਰਾ ਰਹੇ ਸੀ ਉਹਨਾਂ ਨੂੰ ਕਿ ਹਿੰਦੂਆਂ ਦੇ ਮਨ ਦੇ ਵਿੱਚ ਕੀ ਹੈ, ਹਿੰਦੂ ਹੁਕਮਰਾਨਾਂ ਦੇ ਮਨ ਦੇ ਵਿੱਚ ਕੀ ਹੈ, ਜਿਹੜੀ ਉਹਨਾਂ ਨੇ ਕੰਨ ਬੰਦ ਕਰਕੇ ਅਣਸੁਣੀ ਕਰ ਦਿੱਤੀ ਤੇ ਅੱਖਾਂ ਦੇ ਨਾਲ ਉਸ ਹਸਤੀ ਦਾ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦੀ ਹਸਤੀ ਦਾ, ਉਹਨਾਂ ਦੇ ਚਿਹਰੇ ਦਾ ਤਾਂ ਇਹ ਲੋਕ ਸਾਹਮਣਾ ਨਹੀਂ ਸਰ ਕਰ ਸਕੇ ਨੰਗੀ ਅੱਖ ਨਾਲ। ਸ਼ਰਮ ਸੀ। ਤਾਂ ਇਸ ਤਰੀਕੇ ਨਾਲ ਦਰਬਾਰ ਸਾਹਿਬ ਤੇ ਹਮਲੇ ਦੀ ਜਿਹੜੀ ਵੱਡੇ ਪੱਧਰ ਤੇ ਜੈ ਜੈਕਾਰ ਕਰਨ ਤੇ ਸਿੱਖਾਂ ਦੇ ਧਾਰਮਿਕ ਵਿਸ਼ਵਾਸਾਂ ਤੇ ਵਲੂੰਧਰੇ ਹੋਏ ਜਜ਼ਬਾਤਾਂ ਤੇ ਉਜੜ ਕਿਸਮ ਦੀ ਬੇਰੁਖੀ ਦਿਖਾਉਣ ਦੀ ਜਿਹੜੀ ਹਿੰਦੂ ਸੋਚ ਸੀ, ਅਸ਼ਲੀਲ ਜਿਹੜੀ ਉਹਨਾਂ ਦੀ ਹਾਸੀ ਸੀ, ਉਹਦੀ ਕੋਈ ਵੀ ਇਹ ਵਿਦਵਾਨ ਸਿੱਖ ਸੱਜਣ ਸਾਡਾ ਵਿਆਖਿਆ ਨਹੀਂ ਕਰ ਸਕਿਆ, ਉਹਦਾ ਤਰਕ ਨਹੀਂ ਦੇ ਸਕਿਆ। ਤਾਂ ਇਸ ਪੈਦਾ ਹੋਈ ਨਵੀਂ ਹਾਲਤ ਦੇ ਸਾਹਮਣੇ ਉਹਨਾਂ ਦੇ ਸਿਧਾਂਤਕ ਜਿਹੜੇ ਪੁਆਇੰਟ ਸਨ, ਨੁਕਤਾ ਨਿਗਾਹ ਸਨ, ਉਹ ਝੂਠੇ ਪੈ ਗਏ ਬਿਲਕੁਲ। ਇਹ ਵਿਦਵਾਨ ਵਰਗ ਸੀ ਜਦੋਂ ਕਿਸੇ ਅਹਿਮ ਸਮਾਜਿਕ ਵਰਤਾਰੇ ਜਾਂ ਕਿਸੇ ਘਟਨਾ ਦੇ ਯੋਗ ਵਿਆਖਿਆ ਕਰਨ ਤੋਂ ਅਸਮਰੱਥ ਜਾਂ ਅਯੋਗ ਹੋ ਜਾਵੇ, ਨਾਕਾਮ ਹੋ ਜਾਵੇ, ਤਾਂ ਉਹਨਾਂ ਦੇ ਸਾਹਮਣੇ ਆਪਣੀ ਜਿਹੜੀ ਹੈਂਕੜ ਹੁੰਦੀ ਹੈ ਜਾਂ ਹੱਠ ਧਰਮੀ ਹੁੰਦੀ ਹੈ ਉਹਨੂੰ ਤਿਆਗਣ, ਆਪਣੇ ਸਿਧਾਂਤਕ ਟੀਚਿਆਂ ਤੇ ਅਕੀਦਿਆਂ ਤੇ ਧਾਰਨਾਵਾਂ ਦੀ ਖੁੱਲੇ ਮਨ ਨਾਲ ਨਜ਼ਰਸ਼ਾਨੀ ਕਰਨ ਅਤੇ ਨਵੇਂ ਪ੍ਰਗਟ ਹੋਏ ਜਿਹੜੇ ਹਾਲਾਤ ਹੁੰਦੇ ਨੇ ਉਹਨਾਂ ਤੇ ਘਟਨਾਵਾਂ ਦੀ ਰੋਸ਼ਨੀ 'ਚ ਰੱਦੋ ਬਦਲ ਕਰਨ ਦੀ ਇੱਕ ਇਮਾਨਦਾਰੀ ਹੁੰਦੀ ਹੈ, ਕਾਬਲੀਅਤ ਹੁੰਦੀ ਹੈ ਤੇ ਇਖਲਾਕੀ ਜੁਰਤ ਦਿਖਾਉਣ ਦੀ ਇਤਿਹਾਸਕ ਲੋੜ ਹੁੰਦੀ ਹੈ ਤੇ ਜ਼ਿੰਮੇਵਾਰੀ ਹੁੰਦੀ ਹੈ ਸਾਰੀ ਉਹਨਾਂ ਤੇ ਇਸ ਇਤਿਹਾਸਕ ਲੋੜ ਤੇ ਜ਼ਿੰਮੇਵਾਰੀ ਦੇ ਪ੍ਰਤੀ ਇਹ ਵਿਦਵਾਨ ਵਰਗ ਹੁੰਦਾ ਜਿਹੜਾ ਇਹਦਾ ਹੁੰਗਾਰਾ ਉਹਦੇ ਅਸਲ ਦੀ ਪਛਾਣ ਕਰਵਾਉਂਦਾ ਕਿ ਅੰਦਰੋਂ ਕੀ ਹੈ, ਉਹ ਅਸਲ ਦੇ ਵਿੱਚ ਹੈ ਕੀ ਹੈ। ਉਹ ਇਸ ਗੱਲ ਤੋਂ, ਇਸ ਸੱਚਾਈ ਤੋਂ ਮੁਨਕਰ ਹੋਣਾ ਔਖਾ ਹੈ ਕਿ ਇਤਿਹਾਸ ਦੇ ਇਸ ਸ਼ੀਸ਼ੇ 'ਚੋਂ ਸਿੱਖ ਵਿਦਵਾਨ ਭਾਈਚਾਰੇ ਦਾ ਜਿਹੜਾ ਚਿਹਰਾ ਮੋਹਰਾ ਦਿਖਦਾ ਨਾ, ਉਹ ਸਾਨੂੰ ਸਾਫ਼ ਦਿਖਾਈ ਨਹੀਂ ਦਿੰਦਾ ਹੈਗਾ। ਉਹ ਅਜੇ ਵੀ ਉਹ ਉਲਝਣ ਵਾਲਾ, ਅਜੇ ਵੀ ਉਲਝਣ ਵਾਲਾ। ਤਾਂ ਜਿਹੜੇ ਭਾਰਤੀ ਹਾਕਮਾਂ ਵੱਲੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਤੇ ਹਿੰਦੂ ਵਰਗ ਵੱਲੋਂ ਇਹਦੇ ਤੇ ਖੁਸ਼ੀ ਪ੍ਰਗਟ ਕੀਤੀ ਗਈ, ਇਹ ਕਿਸੇ ਵੀ ਲਿਹਾਜ਼ ਨਾਲ ਕੋਈ ਛੋਟੀ-ਮੋਟੀ ਗੱਲ ਨਹੀਂ ਸੀ ਹੈਗੀ। ਸੋਚ ਕੇ ਦੇਖੋ, ਇਹ ਦੋਵੇਂ ਗੱਲਾਂ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਨੇ। ਹਮਲਾ ਤੇ ਹਿੰਦੂਆਂ ਵੱਲੋਂ ਖੁਸ਼ੀ ਮਨਾਈ ਜਾਣੀ, ਆਪਾਂ ਇਹਨਾਂ ਨੂੰ ਅੱਡ-ਅੱਡ ਕਰਕੇ ਦੇਖਦੇ ਹਾਂ। ਗੱਲ ਇੱਕੋ ਹੀ ਹੈ। ਹਿੰਦੂ ਹੁਕਮਰਾਨਾਂ ਵੱਲੋਂ ਹਮਲਾ, ਹਿੰਦੂਆਂ ਵੱਲੋਂ ਖੁਸ਼ੀ, ਸਮੁੱਚੇ ਰੂਪ 'ਚ, ਤੇ ਆਪਸ 'ਚ ਇਹਨਾਂ ਦਾ ਸਬੰਧ ਹੈ। ਸਿੱਖ ਵਿਦਵਾਨਾਂ ਦੀ ਇਹ ਜ਼ਿੰਮੇਵਾਰੀ ਦੇ ਨਾਲ ਇਹ ਫਰਜ਼ ਬਣਦਾ ਸੀ ਉਹਨਾਂ ਦਾ ਕਿ ਉਹ ਇਹਨਾਂ ਦੋਵਾਂ ਗੱਲਾਂ ਨੂੰ ਆਪਣੇ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਲੈ ਕੇ ਆਉਂਦੇ, ਸ਼ਬਦਾਂ ਦਾ ਰੂਪ ਦੇ ਕੇ ਲਿਖਦੇ ਕੁਝ, ਉਹ ਇਸ ਦੀ ਵਿਆਖਿਆ ਕਰਦੇ, ਇਸ ਨੂੰ ਉਹ ਡਿਫਾਈਨ ਕਰਦੇ, ਡੈਫੀਨੇਸ਼ਨ ਦਿੰਦੇ ਇਹਦੀ ਕਿ ਦਰਬਾਰ ਸਾਹਿਬ ਤੇ ਹਮਲਾ ਤੇ ਹਿੰਦੂਆਂ ਦੀ ਖੁਸ਼ੀ। ਬਹੁਤ ਕਹਾਣੀਆਂ ਲਿਖੀਆਂ ਨੇ 84 ਦੇ ਬਾਰੇ, ਜੂਨ 84 ਦੇ ਬਾਰੇ, ਨਵੰਬਰ 84 ਦੇ ਬਾਰੇ, ਪਰ ਇਹਨਾਂ ਦੋ ਗੱਲਾਂ ਦੇ ਉੱਤੇ ਕਿਸੇ ਵੀ ਵਿਦਵਾਨ ਸਿੱਖ ਸੱਜਣ ਨੇ ਜ਼ਿਕਰ ਨਹੀਂ ਕੀਤਾ ਹੈਗਾ। ਤੇ ਇਹਦੇ ਨਾਲ ਉਹਨਾਂ ਦੀ ਇੱਕ ਸਮਾਜਿਕ ਵਰਤਾਰਿਆਂ ਬਾਰੇ ਆਪਣੀ ਸਮਝ ਹੋਰ ਪੱਕੀ ਹੋਣੀ ਸੀ, ਡੂੰਘੀ ਹੋਣੀ ਸੀ, ਉਹਨਾਂ 'ਚ ਆਤਮ ਵਿਸ਼ਵਾਸ ਹੋਣਾ ਸੀ ਤੇ ਸਿੱਖ ਕਾਜ ਆ ਜਿਹੜਾ ਇਹਨੇ ਹੌਲੀ-ਹੌਲੀ ਅੱਗੇ ਵਧਣਾ ਸੀ। ਤਾਂ ਸਾਡੇ ਕੋਲ ਜਿਹੜਾ ਹੈ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਤੋਂ ਬਾਅਦ ਸਾਡੇ ਕੋਲ ਵਧੀਆ ਲੇਖਕ ਨਹੀਂ ਪੈਦਾ ਹੋ ਸਕੇ। ਅਸੀਂ ਆਪਣੇ ਤੌਰ ਦੇ ਉੱਤੇ ਕੁਝ ਜੋ ਗੱਲਾਂ ਲਿਖਦੇ ਹਾਂ ਜਾਂ ਜਾਣਕਾਰੀਆਂ ਦਿੰਦੇ ਹਾਂ ਅੱਗੇ, ਜਾਂ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਇਹ ਗੱਲ ਕਰ ਰਿਹਾ ਸੰਤਾਂ ਦੀ ਸ਼ਹਾਦਤ ਬਾਰੇ, ਤਾਂ ਬਹੁਤ ਸਾਰੀਆਂ ਜਦੋਂ ਮੈਂ ਖੋਜ ਕਰਨੀ ਸ਼ੁਰੂ ਕੀਤੀ ਸੰਤਾਂ ਬਾਰੇ, ਤਾਂ ਸਾਡੇ ਕੋਲ ਕੁਝ ਕੁੱਲ ਮਿਲਾ ਕੇ 10 ਜਾਂ 12 ਜਿਹੜੀਆਂ ਕਿਤਾਬਾਂ ਨੇ ਉਹ ਸਾਡੇ ਸਾਹਮਣੇ ਆਉਂਦੀਆਂ ਨੇ। ਤਾਂ ਉਹਨਾਂ 'ਚੋਂ ਬਹੁਤ ਸਾਰਾ ਲਿਟਰੇਚਰ ਕੱਢਣਾ, ਉਹਨਾਂ ਦਾ ਨਿਚੋੜ ਕੱਢਣਾ, ਉਹਨਾਂ ਦਾ ਆਰ-ਪਾਰ ਦੇਖਣਾ, ਸਥਿਤੀ ਦੇ ਉਸ ਵੇਲੇ ਦੀਆਂ ਸਥਿਤੀਆਂ ਦੇ ਨਾਲ ਮੁਲਾਂਕਣ ਕਰਨਾ, ਤਾਂ
ਕੁੱਲ ਮਿਲਾ ਕੇ ਇਹ ਗੱਲ ਕਹਿ ਸਕਦੇ ਹਾਂ ਕਿ ਸਾਡੇ ਕੋਲ ਵਿਦਵਾਨ ਸੱਜਣ ਅਸੀਂ ਪੈਦਾ ਨਹੀਂ ਕਰ ਸਕੇ ਹੈਗੇ ਕੌਮ ਦੇ। ਸਾਡੇ ਕੋਲ ਬਹੁਤ ਕੁਝ ਹੈ, ਸਾਡੇ ਕੋਲ ਬਹੁਤ ਕੁਝ ਪਿਆ, ਪਰ ਅਸੀਂ ਕੋਸ਼ਿਸ਼ ਕਰੀਏ ਤਾਂ ਇਹ ਬਹੁਤ ਕੁਝ ਹੋ ਸਕਦਾ ਹੈ। ਸਾਡੀ ਅੱਧੀ ਲੜਾਈ ਉਦੋਂ ਹੀ ਜਿੱਤੀ ਜਾ ਸਕਦੀ ਹੈ ਜੇ ਸਾਡੇ ਕੋਲ ਵਿਦਵਾਨ ਸੱਜਣ ਹੋਣ, ਸਾਡੀ ਗੱਲ ਕਰਨ ਵਾਲੇ, ਸਾਡੀਆਂ ਸ਼ਹਾਦਤਾਂ ਦੀ ਗੱਲ ਕਰਨ ਬਾਰੇ। ਸਾਡੀਆਂ ਸ਼ਹਾਦਤਾਂ ਦੀ ਗੱਲ ਹੋਈ ਹੈ, ਪਰ ਉਸ ਤਰੀਕੇ ਨਾਲ ਹੋਈ ਨਹੀਂ ਜਿਸ ਤਰੀਕੇ ਨਾਲ ਹੋਣੀ ਚਾਹੀਦੀ ਸੀ। ਸਾਡੀਆਂ ਜਿਹੜੀਆਂ ਕੁਰਬਾਨੀਆਂ ਨੇ, ਉਹਨਾਂ ਨੂੰ ਹਿੰਦੂ ਰਾਸ਼ਟਰਵਾਦ ਲਈ ਕੀਤੀਆਂ ਕੁਰਬਾਨੀਆਂ, ਗੁਰੂ ਸਾਹਿਬ ਨੂੰ ਭਾਰਤੀ ਰਾਸ਼ਟਰਵਾਦ ਲਈ ਕੀਤੀਆਂ ਕੁਰਬਾਨੀਆਂ ਦੇ ਨਾਲ ਜੋੜਿਆ ਜਾਂਦਾ ਹੈ। ਸਾਡੇ ਕੋਲ ਵਿਦਵਾਨ ਸੱਜਣ ਨਹੀਂ ਹੋਏ। ਇਹ ਵੀ ਹੋ ਸਕਦਾ ਹੈ, ਗੱਲ ਸੁਣ ਲਓ ਤੁਸੀਂ ਸਾਰੇ, ਇਹ ਵੀ ਹੋ ਸਕਦਾ ਹੈ ਕਿ ਅੱਜ ਤੋਂ 50 ਸਾਲ ਬਾਅਦ ਜੇ ਅਕਾਲੀਆਂ ਦਾ ਫਸਤਾ ਨਾ ਵੱਢਿਆ, ਅਕਾਲੀਆਂ ਦਾ ਬਿਸਤਰਾ ਗੋਲ ਨਾ ਕੀਤਾ, ਤਾਂ ਇਹ ਵੀ ਹੋ ਸਕਦਾ ਹੈ ਕਿ ਉਹ ਜਿਵੇਂ ਗੱਲ ਨਹੀਂ ਆਪਾਂ ਕਰਾਂਗੇ ਇੱਥੇ ਕਿ ਜਿਸ ਤਰੀਕੇ ਨਾਲ ਉਹਨਾਂ ਨੇ ਕਬਜ਼ਾ ਕੀਤਾ ਹੋਇਆ ਸਿੱਖ ਸੰਸਥਾਵਾਂ ਦੇ ਉੱਤੇ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਹਿਣ ਕਿ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ ਨਹੀਂ ਸਨ ਜੀ, ਉਹ ਤਾਂ ਅਕਾਲੀ ਦਲ ਦੇ ਹੀ ਸਨ। ਬਹੁਤ ਸਾਨੂੰ ਸੋਚ ਸਮਝ ਕੇ, ਸੋਚ ਵਿਚਾਰ ਦੇ ਨਾਲ ਸਾਨੂੰ ਅੱਗੇ ਆਪਣੇ ਵਿਦਵਾਨ ਸੱਜਣਾ ਦੀ ਇੱਜ਼ਤ ਕਰਨੀ ਚਾਹੀਦੀ ਹੈ। ਸਾਨੂੰ ਜਿਹੜੇ ਸਾਡੇ ਕੋਲ ਵਿਦਵਾਨ ਮੌਜੂਦ ਨੇ, ਸਾਡੇ ਹਿਸਟੋਰੀਅਨ ਮੌਜੂਦ ਨੇ ਜਿਹੜੇ ਇਸ ਪਾਸੇ ਕਾਰਜ ਕਰ ਰਹੇ ਨੇ, ਉਹਨਾਂ ਦੀ ਅਸੀਂ ਸਤਿਕਾਰ ਕਰਦੇ ਹਾਂ ਜੀ। ਮੈਂ ਤਾਂ ਬਹੁਤ ਸਤਿਕਾਰ ਕਰਦਾ ਹਾਂ, ਸਾਡੀ ਜਾਨ ਵੀ ਹਾਜ਼ਰ ਹੈ ਉਹਨਾਂ ਦੇ ਲਈ, ਤੇ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਸਤਿਕਾਰ ਕਰਨਾ ਬਣਦਾ ਹੈ। ਤਾਂ ਇਸ ਤਰੀਕੇ ਨਾਲ ਅਸੀਂ ਗੱਲ ਕਰ ਰਹੇ ਸੀ ਕਿ ਸਾਡੇ ਜਿਹੜਾ ਵਿਦਵਾਨ ਸੀ, ਜਿਹੜਾ ਉਸ ਦਾ ਫਰਜ਼ ਬਣਦਾ ਸੀ, ਉਹ ਉਹਨਾਂ ਨੇ ਨਿਭਾਇਆ ਨਹੀਂ ਹੈਗਾ। ਹਿੰਦੂ ਵਰਗ ਵੱਲੋਂ ਜਿਹੜੀ ਪ੍ਰਗਟ ਕੀਤੀ ਗਈ ਸੀ ਖੁਸ਼ੀ, ਉਸ ਤੱਥ ਨੂੰ ਤਕਰੀਬਨ ਸਾਰੇ ਵਿਦਵਾਨ ਮੰਨਦੇ ਨੇ, ਪਰ ਕਿਸੇ ਨੇ ਵੀ ਇਸ ਤੱਥ ਦੀ ਜਿਹੜੀ ਵਿਆਖਿਆ ਨਹੀਂ ਕੀਤੀ। ਮਤਲਬ ਇਸ ਵਰਤਾਰੇ ਦੇ ਡੂੰਘੇ ਅਸਲੀ ਜਿਹੜੇ ਕਾਰਨ ਸਨ, ਉਹਨਾਂ ਦੀ ਪਛਾਣ ਕਰਨੀ ਤੇ ਉਹਨਾਂ ਦੀ ਵਿਆਖਿਆ ਕਰਨ ਦੀ ਕਿਸੇ ਨੇ ਲੋੜ ਹੀ ਨਹੀਂ ਮਹਿਸੂਸ ਕੀਤੀ। ਸਿੱਖ ਵਿਦਵਾਨ ਭਾਈਚਾਰੇ ਵੱਲੋਂ ਇਸ ਵੱਡੇ ਵਰਤਾਰੇ ਦੇ ਪ੍ਰਤੀ ਇਸ ਤਰੀਕੇ ਨਾਲ ਟਾਲਾ ਵੱਟਿਆ ਗਿਆ, ਸ਼ਰਮ ਦੀ ਗੱਲ ਹੈ ਤੇ ਆਪਣੇ ਆਪ 'ਚ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ। ਆਪਣੇ ਆਪ ਦੇ ਵਿੱਚ ਐਗਜ਼ਾਮਪਲ ਹੈ ਸਾਡੇ ਕੋਲ ਪ੍ਰੋਫੈਸਰ ਦਰਸ਼ਨ ਸਿੰਘ ਮੈਣੀ ਨੇ, ਉਹਨਾਂ ਨੇ ਇਸ ਤੱਥ ਨੂੰ ਬਹੁਤ ਖੂਬਸੂਰਤ ਤੇ ਬਹੁਤ ਬੇਬਾਕ ਲਹਿਜੇ 'ਚ ਬਿਆਨ ਕੀਤਾ। ਉਹ ਲਿਖਦੇ ਨੇ ਪ੍ਰੋਫੈਸਰ ਦਰਸ਼ਨ ਸਿੰਘ ਮੈਣੀ ਕਿ ਸ਼ਾਇਦ ਹੀ ਕੋਈ ਹਿੰਦੂ ਹੋਵੇਗਾ ਜੋ ਘਟਨਾਵਾਂ ਦੇ ਰੁਖ ਤੋਂ ਬਾਗੋ ਬਾਗ ਨਹੀਂ ਹੋਇਆ, ਤੇ ਮੈਨੂੰ ਕਹਿੰਦੇ ਇਹ ਗੱਲ ਕਹਿਣ 'ਚ ਕੋਈ ਝਿਜਕ ਨਹੀਂ ਕਿ ਘੱਟ ਹੀ ਕੋਈ ਸਿੱਖ ਨੇਤਰ ਹੋਵੇਗਾ ਜੋ ਨਮ ਨਹੀਂ ਹੋਇਆ ਹੋਵੇਗਾ। ਇਸ ਤਰ੍ਹਾਂ ਇੱਥੇ ਜਜ਼ਬਾਤ ਦੋ ਉਲਟੀਆਂ ਦਿਸ਼ਾਵਾਂ ਮੱਲੀ ਖੜੇ ਨੇ। ਇੱਕ ਪਾਸੇ ਕੁਥਾਵਾਂ ਹਰਸ਼ੋਹਲਾਸ ਖੁਸ਼ੀ ਤੇ ਦੂਜੇ ਪਾਸੇ ਵੱਡਾ ਸਦਮਾ। ਇਸ ਗੱਲ 'ਚ ਕੋਈ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਉੱਪਰੋਂ ਲੈ ਕੇ ਥੱਲੇ ਤੱਕ ਪੈ ਚੁੱਕੀ ਇਹ ਜਿਹੜੀ ਦੁਫਾੜ ਸੀ, ਇਹ ਬਹੁਤ ਠੀਕ ਹੈ, ਸਾਰੇ ਸਮਝਦੇ ਨੇ। ਇਹ ਜਾਨ, ਅੰਗ ਤੇ ਜਾਇਦਾਦ ਦੇ ਨੁਕਸਾਨ ਨਾਲੋਂ ਜ਼ਿਆਦਾ ਵੱਡੀ ਤਰਾਸਦੀ ਹੈ ਸਾਡੀ ਲਈ, ਪਰ ਇਹ ਰੋਜ਼ਾਨਾ ਜ਼ਿੰਦਗੀ ਦਾ ਸੱਚ ਬਣ ਗਈ ਹੈ। ਇਹ ਮਹਾ ਦੁਫੇੜ ਹੈ ਜਿਹੜੀ ਸੰਭਾਵਿਤ ਤੌਰ ਤੇ ਭਾਰਤ ਲਈ ਸਭ ਤੋਂ ਵੱਡਾ ਖਤਰਾ ਹੈ। ਬਸ ਪ੍ਰੋਫੈਸਰ ਸਾਹਿਬ ਇੰਨੀ ਗੱਲ ਕਹਿ ਕੇ ਸੰਤੁਸ਼ਟ ਤੇ ਖਾਮੋਸ਼ ਹੋ ਗਏ। ਇਸ ਤੋਂ ਬਾਅਦ ਉਹਨਾਂ ਨੇ ਕੋਈ ਗੱਲ ਨਹੀਂ ਲਿਖੀ, ਕਿਉਂਕਿ ਇਸ ਤੋਂ ਅੱਗੇ ਵਿਚਾਰਾਂ ਦਾ ਵਰਜਿਤ ਖੇਤਰ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਅੱਗੇ ਗੱਲਾਂ ਦਾ, ਤਰਕ ਦਾ ਵਰਜਿਤ ਖੇਤਰ ਸ਼ੁਰੂ ਹੋ ਜਾਂਦਾ। ਇਸ ਤੋਂ ਅੱਗੇ ਕੋਈ ਗੱਲ ਨਹੀਂ ਕਰਨਾ ਚਾਹੁੰਦਾ। ਸਾਰੇ ਇੰਡੀਅਨ ਸਟੇਟ ਦੇ ਵਿੱਚ ਰਹਿਣਾ ਚਾਹੁੰਦੇ ਨੇ, ਸਾਰੇ ਦੱਬਿਆ ਮਹਿਸੂਸ ਰਹਿਣਾ ਚਾਹੁੰਦੇ ਨੇ, ਸਾਰੇ ਥੱਲੇ ਲੱਗ ਕੇ ਰਹਿਣਾ ਚਾਹੁੰਦੇ ਨੇ। ਸਾਰਿਆਂ ਦੇ ਕਿਸੇ ਦੇ ਤਨਖਾਹਾਂ ਨੇ, ਕਿਸੇ ਦਾ ਪਰਿਵਾਰ ਹੈ, ਕਿਸੇ ਦੀਆਂ ਕੋਈ ਮਜਬੂਰੀਆਂ ਨੇ, ਪਰ ਧਰਮ ਨੂੰ ਪਿੱਛੇ ਛੱਡ ਦਿੱਤਾ ਸਾਰਿਆਂ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ, ਸ੍ਰੀ ਹਰਿਮੰਦਰ ਸਾਹਿਬ ਨੂੰ ਪਿੱਛੇ ਛੱਡ ਦਿੱਤਾ ਸਾਰਿਆਂ ਨੇ, ਤੇ ਇਸ ਤਰੀਕੇ ਨਾਲ ਸਾਰੇ ਆਪਣਾ ਰਸਤਾ ਛੱਡ ਚੁੱਕੇ ਨੇ, ਇਸ ਤਰੀਕੇ ਨਾਲ ਆਪਣਾ ਫਰਜ਼ ਭੁੱਲ ਚੁੱਕੇ ਨੇ। ਪਰ ਲੱਗੇ ਹੋਏ ਨੇ, ਉਹਨਾਂ ਨੂੰ ਸਲਾਮ ਆ ਸਾਡੀ, ਦੋਵੇਂ ਹੱਥ ਜੋੜ ਕੇ ਉਹਨਾਂ ਨੂੰ ਅਸੀਂ ਸਿਜਦਾ ਕਰਦੇ ਹਾਂ, ਸਿਰ ਨਿਵਾਉਂਦੇ ਹਾਂ, ਜਿਹੜੇ ਅਜੇ ਵੀ ਲੱਗੇ ਹੋਏ ਨੇ, ਉਲਟੇ ਹਾਲਾਤਾਂ ਦੇ ਵਿੱਚ ਬਹਿ ਰਹੇ ਨੇ, ਉਲਟੇ ਪਾਣੀਆਂ 'ਚ ਬਹਿ ਰਹੇ ਨੇ ਤੇ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੇ ਨੇ। ਤੇ ਰਾਸ਼ਟਰ ਭਗਤ ਸਿੱਖ ਵਰਗ ਨੇ ਦਰਬਾਰ ਸਾਹਿਬ ਤੇ ਹੋਏ ਹਮਲੇ ਦੇ ਪਿੱਛੇ ਕੰਮ ਕਰਦੇ ਅਸਲੀ ਡੂੰਘੇ ਕਾਰਨ ਤੇ ਮਨੋਰਥਾਂ ਨੂੰ ਡੂੰਘਾਈ 'ਚ ਜਾ ਕੇ ਸਮਝਣ ਤੇ ਇਸ ਸਮਝ ਦੀ ਤੇਜ਼ ਰੌਸ਼ਨੀ 'ਚ ਭਾਰਤੀ ਹਾਕਮਾਂ ਦੀ ਝੂਠ ਬਿਆਨੀ, ਮਕਾਰੀ ਤੇ ਦੁਸ਼ਟਤਾ ਨੂੰ ਜੱਗ ਸਾਹਮਣੇ ਬੇਪਰਦ ਕਰਨ ਦੀ ਥਾਂ ਤੇ ਹਮਲੇ ਦੀ ਲੋੜ ਤੇ ਨੌਬਤ ਪੈਦਾ ਹੋ ਜਾਣ ਬਾਰੇ ਇੰਡੀਅਨ ਹਾਕਮਾਂ ਦੇ ਵੱਲੋਂ ਪੇਸ਼ ਕੀਤੇ ਗਏ ਤਰਕ ਨੂੰ ਉਸੇ ਤਰ੍ਹਾਂ ਪ੍ਰਵਾਨ ਕਰ ਲਿਆ ਸੀ। ਕਿਵੇਂ ਪ੍ਰਵਾਨ ਕੀਤਾ? ਜਿਹੜੇ ਭਾਰਤੀ ਹਾਕਮ ਸਨ, ਹਿੰਦੂ ਹਾਕਮ ਸੀ, ਉਹਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਦੇ ਜਿਹੜੇ ਕਾਰਨ ਦੱਸੇ, ਉਹ ਕੀ ਕਾਰਨ ਸਨ?
ਦਰਬਾਰ ਸਾਹਿਬ ਅੰਦਰ ਅੱਤਵਾਦੀਆਂ, ਕਾਨੂੰਨ ਦੇ ਭਗੌੜਿਆਂ ਤੇ ਹਥਿਆਰਾਂ ਨੇ ਕਹਿੰਦੇ ਪਨਾਹ ਲਈ ਹੋਈ ਹੈ। ਕਹਿੰਦੇ ਦਰਬਾਰ ਸਾਹਿਬ ਨੂੰ ਉਹਨਾਂ ਨੇ ਨਜਾਇਜ਼ ਹਥਿਆਰਾਂ ਤੇ ਅਸਲੇ ਦਾ ਅੱਡਾ ਬਣਾਇਆ ਹੋਇਆ ਤੇ ਦੇਸ਼ ਵਿਰੋਧੀ ਕਾਰਵਾਈਆਂ ਤੇ ਹਿੰਸਕ ਵਾਰਦਾਤਾਂ ਉੱਥੋਂ ਹੁੰਦੀਆਂ ਨੇ, ਕਿਉਂਕਿ ਕਹਿੰਦੇ ਇਹਦੇ ਨਾਲ ਤਾਂ ਦਰਬਾਰ ਸਾਹਿਬ ਦੀ ਪਵਿੱਤਰਤਾ ਤੇ ਮਾਣ ਮਰਿਆਦਾ ਭੰਗ ਹੋ ਰਹੀ ਸੀ ਤੇ ਦੂਜਾ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਹਿੰਦੇ ਗੰਭੀਰ ਖਤਰਾ ਖੜਾ ਹੋ ਗਿਆ ਸੀ, ਜਿਸ ਕਰਕੇ ਦਰਬਾਰ ਸਾਹਿਬ ਨੂੰ ਇਹਨਾਂ ਲੋਕਾਂ ਤੋਂ ਮੁਕਤ ਕਰਾਉਣਾ ਜ਼ਰੂਰੀ ਤੇ ਲਾਜ਼ਮੀ ਹੋ ਗਿਆ ਸੀ। ਇਹ ਜਿਹੜਾ ਲੇਖਕ ਵਰਗ ਸੀ ਸਾਡਾ ਸਿੱਖਾਂ ਦਾ, ਇਹ ਕਥਿਤ ਲੋਕ ਸਨ ਜਿਹੜੇ ਤੇ ਕਥਿਤ ਵਿਦਵਾਨ ਭਾਈਚਾਰਾ ਸੀ, ਇਹ ਇੰਡੀਅਨ ਹਾਕਮਾਂ ਵੱਲੋਂ ਹਮਲੇ ਨੂੰ ਜ਼ਰੂਰੀ ਤੇ ਵਾਜਬ ਦੱਸਣ ਲਈ ਦੱਸੇ ਗਏ ਇਹਨਾਂ ਕਾਰਨਾਂ ਦਾ ਜਿਹੜਾ ਅਸਲ ਕੋਈ ਮਤ ਵਖਰੇਵਾ ਨਹੀਂ ਸੀ, ਉਹ ਉਹਦੇ ਨਾਲ ਸਹਿਮਤ ਹੋ ਗਏ ਉਸੇ ਤਰ੍ਹਾਂ। ਤੇ ਉਹ ਲੋਕ ਜਿਹੜੇ ਇਸ ਵੇਲੇ ਪ੍ਰੋਗਰਾਮ ਸੁਣ ਰਹੇ ਨੇ, ਉਹ ਮੇਰੇ ਵੀਰ ਜਿਹੜੇ ਇਹਨਾਂ ਕਾਰਨਾਂ ਦੇ ਨਾਲ ਸਹਿਮਤ ਹੈਗੇ ਨੇ, ਹੁਣ ਵੀ ਹੈਗੇ ਨੇ, ਉਹ ਵੀ ਸੁਣ ਰਹੇ ਹੋਣਗੇ, ਜਾਂ ਜਿਹੜੇ YouTube ਤੇ ਜਾਂ ਹੋਰ ਕਿਸੇ ਸਾਧਨ ਰਾਹੀਂ ਜਦੋਂ ਇਹ ਅਸੀਂ ਅੱਗੇ ਭੇਜਾਂਗੇ ਉਸ ਰਾਹੀਂ ਇਹ ਸੁਣਨਗੇ ਪ੍ਰੋਗਰਾਮ, ਤਾਂ ਉਹ ਵੀ ਆਪਣੇ ਅੰਦਰ ਝਾਤੀ ਮਾਰਨ ਕਿ ਉਹ ਹਾਲਾਤਾਂ ਨੂੰ ਉਹਨਾਂ ਨੇ ਤਹਿ ਤੱਕ ਸਮਝਿਆ, ਉਹਨਾਂ ਨੇ ਸਿੱਖ ਇਤਿਹਾਸ ਪੜ੍ਹਿਆ, ਉਹਨਾਂ ਨੇ ਕੁਰਬਾਨੀਆਂ ਭਰਿਆ ਇਤਿਹਾਸ ਪੜ੍ਹਿਆ, ਉਹਨਾਂ ਨੇ ਸੰਤਾਂ ਦੀ ਸ਼ਹਾਦਤ ਤੋਂ ਕੀ ਸਬਕ ਸਿੱਖਿਆ, ਉਹ ਸੰਤਾਂ ਦੀ ਸ਼ਹਾਦਤ ਨੂੰ ਕੀ ਮੰਨਦੇ ਨੇ, ਕੀ ਸਮਝਦੇ ਨੇ, ਉਹ ਧਰਮ ਯੁੱਧ ਮੋਰਚੇ ਨੂੰ ਕੀ ਸਮਝਦੇ ਨੇ, ਉਹਨਾਂ ਨੇ ਧਰਮ ਯੁੱਧ ਮੋਰਚੇ ਦਾ ਇਤਿਹਾਸ ਪੜ੍ਹਿਆ। ਤਾਂ ਉਸ ਤੋਂ ਬਾਅਦ ਸੰਤਾਂ ਦੀ ਸ਼ਹਾਦਤ ਦੇ ਰਾਹੀਂ ਲੰਘਦੇ ਜੋ ਇਤਿਹਾਸ ਦੇ ਵਰਕੇ ਨੇ, ਫਿਰ ਇੱਥੇ ਪਹੁੰਚਣ ਜੋ ਇਹ ਕਾਰਨ ਇੰਦਰਾ ਗਾਂਧੀ ਨੇ ਦਿੱਤੇ, ਜੋ ਹਿੰਦੂ ਹੁਕਮਰਾਨ ਨੇ ਦਿੱਤੇ, ਉਹ ਕਾਰਨਾਂ ਦੀ ਤਹਿ ਤੱਕ ਜਾਣ, ਫਿਰ ਉਹ ਗੱਲ ਕਰਨ। ਸੋ ਭਾਰਤ ਸਰਕਾਰ ਵੱਲੋਂ ਜਿਹੜਾ ਦਰਬਾਰ ਸਾਹਿਬ ਦੇ ਅੰਦਰ ਕੀਤੀ ਗਈ ਫੌਜੀ ਕਾਰਵਾਈ ਨੂੰ ਅਸੂਲੀ ਤੌਰ ਤੇ ਗਲਤ ਜਾਂ ਅਣਉਚਿਤ ਨਹੀਂ ਮੰਨਦੇ ਇਹ ਲੋਕ। ਤਾਂ ਉਹਨਾਂ ਦਾ ਵੱਧ ਇਤਰਾਜ਼ ਇਹ ਸੀ ਕਿ ਸਰਕਾਰ ਨੇ ਤਾਕਤ ਦੀ ਲੋੜ ਨਾਲੋਂ ਵੱਧ ਤੇ ਬੇਦਰੇਗ ਵਰਤੋਂ ਕੀਤੀ ਹੈ। ਬਸ ਇੱਕੋ ਇੱਕ ਉਹਨਾਂ ਦਾ ਸੀਗਾ ਸ਼ਿਕਵਾ ਸਰਕਾਰ ਨਾਲ, ਦੂਜਾ ਕੋਈ ਸ਼ਿਕਵਾ ਨਹੀਂ ਸੀ। ਇਹ ਗੱਲ ਬਿਲਕੁਲ ਤਰਕ ਤੇ ਆ ਗਈ ਹੈ, ਹੁਣ ਧਿਆਨ ਦੇ ਕੇ ਸੁਣਨਾ। ਉਹ ਕਹਿੰਦੇ ਵੀ ਤਾਕਤ ਦੀ ਵਰਤੋਂ ਨਹੀਂ ਸੀ ਕਰਨੀ ਚਾਹੀਦੀ, ਜਿਹਦੇ ਨਾਲ ਅਕਾਲ ਤਖਤ ਸਾਹਿਬ ਦਾ ਜਿਹੜਾ ਹੈਗਾ ਨੁਕਸਾਨ ਹੋਇਆ, ਦਰਬਾਰ ਸਾਹਿਬ ਦੀ ਬਹੁਤ ਜ਼ਿਆਦਾ ਬੇਅਦਬੀ ਹੋਈ ਤੇ ਨਤੀਜੇ ਵਜੋਂ ਸਿੱਖ ਭਾਈਚਾਰੇ ਦੇ ਜਜ਼ਬਾਤਾਂ ਨੂੰ ਡੂੰਘੀ ਸੱਟ ਵੱਜੀ ਤੇ ਉਹਨਾਂ ਨੇ ਦਲੀਲ ਦਿੱਤੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਉਹਨਾਂ ਦੇ ਸਾਥੀਆਂ ਨੂੰ ਕਿਸੇ ਹੋਰ ਘੱਟ ਤਬਾਹਕੁਨ, ਘੱਟ ਵਿਨਾਸ਼ਕਾਰੀ ਢੰਗ ਦੇ ਨਾਲ ਕਾਬੂ ਕੀਤਾ ਜਾਣਾ ਚਾਹੀਦਾ ਸੀ, ਜਿਹੜਾ ਕਿ ਉਹਨਾਂ ਦੇ ਮੁਤਾਬਕ ਬਿਲਕੁਲ ਅਸੰਭਵ ਗੱਲ ਨਹੀਂ ਸੀ ਹੈਗੀ। ਇਹ ਦਲੀਲ ਦਿੰਦੇ ਨੇ, ਉਹ ਬੜੀ ਸਮਝਣ ਵਾਲੀ ਗੱਲ ਹੈ। ਹੁਣ ਕਈਆਂ ਨੂੰ ਦੇਰ ਬਾਅਦ ਸਮਝ ਆਏ ਕਿ ਮੈਨੂੰ ਬਹੁਤ ਸਮਾਂ ਪਹਿਲਾਂ ਆ ਗਈ ਸੀ, ਤੇ ਹੋਰ ਜਿਹੜੇ ਮੇਰੇ ਵੀਰ ਸੁਣ ਰਹੇ ਨੇ ਮੈਨੂੰ ਲੱਗਦਾ ਉਹ ਪਹਿਲਾਂ ਹੀ ਸਹਿਮਤ ਹੋਣਗੇ ਮੇਰੇ ਨਾਲ। ਮੈਂ ਤਾਂ ਬਹੁਤ ਛੋਟਾ ਬੱਚਾ ਜੀ, ਬਿਲਕੁਲ ਭੁੱਲਣਹਾਰ, ਗਲਤੀਆਂ ਦਾ ਪੁਤਲਾ, ਕਿਤੇ ਗਲਤੀ ਹੋ ਜਾਂਦੀ ਹੈ ਮਾਫ ਕਰ ਦੇਣਾ। ਇੱਕੋ ਇੱਕ ਦਲੀਲ ਸਾਡੇ ਜਿਹੜੇ ਪੜ੍ਹੇ ਲਿਖੇ ਸਿੱਖ ਸਨ ਜਾਂ ਅਮੀਰ ਸਿੱਖ ਸਨ, ਉਹਨਾਂ ਨੂੰ ਸ਼ਿਕਵਾ ਤਾਂ ਸੀ ਕਿ ਦਰਬਾਰ ਸਾਹਿਬ ਤੇ ਫੌਜੀ ਕਾਰਵਾਈ ਕੀਤੀ ਇੰਦਰਾ ਨੇ, ਹਿੰਦੂ ਹੁਕਮਰਾਨ ਨੇ। ਬਸ ਉਹ ਕਹਿੰਦੇ ਜੀ ਬਿਜਲੀ ਪਾਣੀ ਕੱਟ ਦਿੰਦੇ, ਘੇਰਾ ਪਾਈ ਰੱਖਦੇ, ਆਪੇ ਬਾਹਰ ਆਣਾ ਸੀ। ਇਹ ਦਲੀਲ ਦਿੰਦੇ ਨੇ। ਦੇਖੋ ਤੁਸੀਂ, ਇਹ ਸਿੱਖ ਵਰਗ ਦੇ ਇਸ ਦ੍ਰਿਸ਼ਟੀਕੋਣ ਚੋਂ ਦੋ ਗੱਲਾਂ ਸਾਡੇ ਉੱਭਰ ਕੇ ਸਾਹਮਣੇ ਆਉਂਦੀਆਂ ਨੇ, ਜਿਨ੍ਹਾਂ ਦਾ ਸਬੰਧ ਸਿਧਾਂਤਾਂ ਤੇ ਰਵਾਇਤਾਂ ਬਾਰੇ ਸਮਝ ਤੇ ਉਹਨਾਂ ਦੀ ਪੇਸ਼ਕਾਰੀ ਨਾਲ ਸਿੱਧਾ ਜੁੜਿਆ ਹੋਇਆ ਸਬੰਧ ਹੈ। ਇਸ ਗੱਲ 'ਚ ਬਿਲਕੁਲ ਸ਼ੱਕ ਨਹੀਂ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵੱਲੋਂ ਇੰਡੀਅਨ ਸਟੇਟ ਨੂੰ, ਇੰਡੀਅਨ ਰੂਲਰਜ਼ ਨੂੰ, ਭਾਰਤੀ ਹਾਕਮਾਂ ਨੂੰ ਹਥਿਆਰਬੰਦ ਚੁਣੌਤੀ ਦੇਣੀ ਸਟੇਟ ਤੇ ਕਾਨੂੰਨ ਦੀਆਂ ਨਜ਼ਰਾਂ 'ਚ ਇੱਕ ਵੱਡਾ ਗੁਨਾਹ ਸੀ, ਨਾ ਕਾਬਲੇ ਮੁਆਫ ਗੁਨਾਹ ਸੀ। ਸਟੇਟ ਲਈ ਚੁਣੌਤੀ ਸੀ, ਵੰਗਾਰ ਸੀ, ਜਿਸ ਨੂੰ ਸਹਿਣ ਕੀਤਾ ਜਾਣਾ ਸਟੇਟ ਦੇ ਲਈ ਔਖੀ ਗੱਲ ਸੀ। ਪਰ ਕੀ ਸਿਰਫ ਇਸ ਬਿਨਾਂ ਤੇ ਹੀ ਇਸ ਵਿਰੁੱਧ ਸਿੱਖ ਸਿਧਾਂਤਾਂ ਤੇ ਪਰੰਪਰਾਵਾਂ ਦੀ ਅਵਗਿਆ ਕਰਨ ਦਾ ਫਤਵਾ ਦਿੱਤਾ ਜਾ ਸਕਦਾ? ਕੀ ਇਹ ਗੱਲ ਬਿਲਕੁਲ ਸੰਭਵ ਨਹੀਂ ਹੈ ਕਿ ਕੋਈ ਕਰਮ ਜਿਹੜਾ ਹੁੰਦਾ, ਕੋਈ ਕਾਰਜ ਹੁੰਦਾ, ਉਹ ਉਸ ਵੇਲੇ ਦੇ ਰਾਜ ਤੇ ਕਾਨੂੰਨ ਦੀਆਂ ਨਜ਼ਰਾਂ 'ਚ ਭਾਵੇਂ ਸੰਗੀਨ ਅਪਰਾਧ ਸਮਝਿਆ ਜਾਵੇ, ਪਰ ਸਿੱਖ ਪਰੰਪਰਾ ਦੇ ਮੁਤਾਬਕ ਉਹ ਪੂਰੀ ਤਰ੍ਹਾਂ ਯੋਗ ਤੇ ਵਾਜਬ ਹੋ ਸਕਦਾ, ਸਹੀ ਹੋ ਸਕਦਾ। ਤੇ ਦੂਜੀ ਗੱਲ, ਇਸੇ ਤਰ੍ਹਾਂ ਇਸ ਗੱਲ 'ਚ ਵੀ ਕੋਈ ਸ਼ੱਕ ਨਹੀਂ ਕਿ ਮੌਜੂਦਾ ਸਮੇਂ ਦੇ ਵਿੱਚ ਦਰਬਾਰ ਸਾਹਿਬ ਕੰਪਲੈਕਸ ਦੀ ਜਿਹੜੀ ਰਾਜ ਵਿਰੋਧੀ ਰਾਜਨੀਤਿਕ ਸਰਗਰਮੀਆਂ ਦੇ ਕੇਂਦਰ ਵਜੋਂ ਵਰਤੋਂ ਕਰਨੀ ਇੰਡੀਅਨ ਹਾਕਮਾਂ ਦੇ ਹਿੱਤਾਂ ਲਈ ਬਿਲਕੁਲ ਵੀ ਮੁਆਫਕ ਨਹੀਂ ਸੀ। ਸ਼੍ਰੀ ਦਰਬਾਰ ਸਾਹਿਬ ਦੀ ਧਾਰਮਿਕ ਪਵਿੱਤਰਤਾ ਤੇ ਮਾਣ ਮਰਿਆਦਾ ਬਾਰੇ ਇੰਡੀਅਨ ਹਾਕਮਾਂ ਦਾ ਆਪਣਾ ਇੱਕ ਦ੍ਰਿਸ਼ਟੀਕੋਣ ਹੋ ਸਕਦਾ ਹੈ, ਆਪਣਾ ਇੱਕ ਦ੍ਰਿਸ਼ਟੀਕੋਣ ਹੈ ਜਿਹੜਾ ਉਹਨਾਂ ਦੇ ਮੌਜੂਦਾ ਰਾਜਸੀ ਹਿੱਤਾਂ ਤੇ ਸਵਾਰਥਾਂ ਦੇ ਬਰਾਬਰ, ਉਸ ਦੇ ਅਨੁਕੂਲ, ਉਸ ਦੇ ਹਿਸਾਬ ਨਾਲ ਤੇ ਉਹਨਾਂ ਦੀ ਪੂਰਤੀ ਕਰਦਾ ਹੋਵੇ, ਬਿਲਕੁਲ ਐਸੇ ਤਰ੍ਹਾਂ ਜਿਵੇਂ ਅੱਜ ਹੈ। ਅੱਜ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਜੋ ਲੋਕ ਕਾਬਜ਼ ਨੇ, ਉਹ ਹਿੰਦੂ ਸਟੇਟ ਦੀ ਗੱਲ ਕਰਦੇ ਨੇ,
ਉਹਨਾਂ ਨੂੰ ਮੁਆਫਕ ਹੈ, ਪਰੰਪਰਾਵਾਂ ਉਹੀ ਨੇ ਉੱਥੇ ਚੱਲ ਰਹੀਆਂ ਨੇ ਹੁਣ। ਪਰ ਸਿੱਖ ਸਿਧਾਂਤਾਂ ਤੇ ਰਵਾਇਤਾਂ ਦੀ ਦ੍ਰਿਸ਼ਟੀ ਤੋਂ ਜੇ ਦੇਖੀਏ ਆਪਾਂ, ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਭਾਰਤੀ ਹਾਕਮਾਂ ਦੇ ਜ਼ੁਲਮਾਂ ਦੇ ਵਿਰੁੱਧ ਟਾਕਰੇ ਦੀ ਜੰਗ ਦਾ ਕੇਂਦਰ ਬਣਾਉਣਾ, ਇਹ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ, ਕਿਉਂਕਿ ਇੱਥੇ ਮਸਲਾ ਰਾਜਨੀਤਿਕ ਸੰਘਰਸ਼ ਦੇ ਪੁਰਅਮਨ ਜਾਂ ਹਥਿਆਰਬੰਦ ਹੋਣ ਦਾ ਨਹੀਂ ਹੈ। ਬਹੁਤ ਧਿਆਨ ਦੇਣ ਵਾਲੀ ਗੱਲ ਹੈ। ਮਸਲਾ ਜਿਹੜਾ ਕੇਂਦਰ ਬਣਾਇਆ ਸੰਘਰਸ਼ ਦਾ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਨੂੰ, ਮਸਲਾ ਇਹ ਨਹੀਂ ਕਿ ਸੰਘਰਸ਼ ਦਾ ਤਰੀਕਾ ਸ਼ਾਂਤਮਈ ਢੰਗ ਨਾਲ ਹੋਵੇ ਜਾਂ ਹਥਿਆਰਬੰਦ ਲੜਾਈ ਦਾ ਹੋਵੇ। ਇਹਦੇ ਬਾਰੇ ਸਿੱਖ ਭਾਈਚਾਰੇ ਦੇ ਅੰਦਰ ਅੱਡ-ਅੱਡ ਰਾਵਾਂ ਹੋ ਸਕਦੀਆਂ ਨੇ। ਮਸਲਾ ਦਰਬਾਰ ਸਾਹਿਬ ਦੇ ਨਾਲ ਜੁੜੀਆਂ ਸਿੱਖ ਰਵਾਇਤਾਂ ਬਾਰੇ ਸਹੀ ਸਮਝ ਤੇ ਇਹਨਾਂ ਦੀ ਜਿਹੜੀ ਸਹੀ ਪੇਸ਼ਕਾਰੀ ਦਾ ਹੈ। ਦੋ ਗੱਲਾਂ ਨੂੰ ਆਪਸ 'ਚ ਨਿਖੇੜ ਕੇ ਦੇਖਿਆ ਜਾਣਾ ਚਾਹੀਦਾ ਹੈ। ਇੱਕ, ਦਰਬਾਰ ਸਾਹਿਬ ਕੰਪਲੈਕਸ ਨੂੰ ਆਮ ਰੂਪ 'ਚ ਹੱਕ ਤੇ ਇਨਸਾਫ ਲਈ ਸਿਆਸੀ ਸੰਘਰਸ਼ ਦਾ ਕੇਂਦਰ ਬਣਾਉਣਾ, ਤੇ ਦੂਜਾ, ਇਹਨੂੰ ਉਸ ਵੇਲੇ ਦੇ ਰਾਜ ਦੇ ਵਿਰੁੱਧ ਹਥਿਆਰਬੰਦ ਵਿਦਰੋਹ ਜਾਂ ਸੰਘਰਸ਼ ਦਾ ਕੇਂਦਰ ਬਣਾਉਣਾ। ਦੋ ਗੱਲਾਂ ਨੇ। ਇਤਿਹਾਸਕ ਤਜਰਬੇ ਤੋਂ ਇਹ ਤੱਥ ਬਹੁਤ ਚੰਗੀ ਤਰ੍ਹਾਂ ਸਾਡੇ ਸਾਹਮਣੇ ਆਉਂਦਾ ਕਿ ਸੰਘਰਸ਼ ਦਾ ਰੂਪ ਭਾਵੇਂ ਕੋਈ ਵੀ ਹੋਵੇ, ਇਹ ਸ਼ਾਂਤਮਈ ਹੋਵੇ ਜਾਂ ਹਥਿਆਰਬੰਦ, ਦਰਬਾਰ ਸਾਹਿਬ ਦੀ ਹੱਕ ਤੇ ਇਨਸਾਫ ਲਈ ਸਿਆਸੀ ਸੰਘਰਸ਼ ਦੇ ਕੇਂਦਰ ਵਜੋਂ ਵਰਤੋਂ ਕਰਨੀ ਉਸ ਵੇਲੇ ਦੇ ਹੁਕਮਰਾਨਾਂ ਨੂੰ ਚੰਗੀ ਨਹੀਂ ਲੱਗੀ ਕਦੇ। ਉਸ ਵੇਲੇ ਦੇ ਹੁਕਮਰਾਨਾਂ ਨੂੰ ਸ਼ਹੀਦ ਭਾਈ ਮਨੀ ਸਿੰਘ ਨੇ ਉਸ ਵੇਲੇ ਮੁਗਲ ਹਕੂਮਤ ਦੇ ਵਿਰੁੱਧ ਕੋਈ ਹਥਿਆਰਬੰਦ ਜਹਾਦ ਖੜਾ ਨਹੀਂ ਸੀ ਕੀਤਾ, ਪਰ ਇਹਦੇ ਬਾਵਜੂਦ ਦਰਬਾਰ ਸਾਹਿਬ ਦਾ ਸਿੱਖ ਸਰਗਰਮੀਆਂ ਦੇ ਕੇਂਦਰ ਵਜੋਂ ਉੱਭਰਨਾ ਮੁਗਲ ਹਕੂਮਤ ਕੋਲੋਂ ਬਰਦਾਸ਼ਤ ਨਹੀਂ ਸੀ ਹੋ ਸਕਿਆ। ਤੇ ਅੰਗਰੇਜ਼ ਹਕੂਮਤ ਦੇ ਦੌਰਾਨ ਵੀ ਸਿੱਖਾਂ ਦਾ ਜਿਹੜਾ ਸੰਘਰਸ਼ ਹੈ ਪੂਰੀ ਤਰ੍ਹਾਂ ਸ਼ਾਂਤਮਈ ਸੀ। ਕਿਸੇ ਨੂੰ ਕੋਈ ਸ਼ੱਕ ਸੀ ਜਾਂ ਸ਼ੱਕ ਹੈ, ਸ਼ਾਂਤਮਈ ਸੰਘਰਸ਼ ਸੀ ਅੰਗਰੇਜ਼ ਹਕੂਮਤ ਦੇ ਦੌਰਾਨ ਵੀ। ਪਰ ਇਹਦੇ ਬਾਵਜੂਦ ਦਰਬਾਰ ਸਾਹਿਬ ਦੀ ਰਾਜਸੀ ਸਰਗਰਮੀਆਂ ਦੇ ਕੇਂਦਰ ਵਜੋਂ ਵਰਤੋਂ ਉਹਨਾਂ ਨੂੰ ਲਗਾਤਾਰ ਚੁਭਦੀ ਰਹੀ। ਬਹੁਤ ਔਖ ਮਹਿਸੂਸ ਕਰਦਾ ਰਿਹਾ ਅੰਗਰੇਜ਼। ਤੇ ਇਹਦੀ ਰੋਕਥਾਮ ਵਜੋਂ ਸਿੱਖ ਸਮਾਜ ਦੇ ਅੰਦਰਲੇ ਆਪਣੇ ਪਿੱਠੂ ਲੋਕਾਂ ਦੀ ਮਦਦ ਦੇ ਨਾਲ ਦਰਬਾਰ ਸਾਹਿਬ ਤੇ ਆਪਣਾ ਕਸਵਾਂ ਕੰਟਰੋਲ ਸਥਾਪਿਤ ਕਰਨ ਦੇ ਲਗਾਤਾਰ ਯਤਨ ਕਰਦਾ ਰਿਹਾ ਅੰਗਰੇਜ਼। ਬਿਲਕੁਲ ਐਸੇ ਤਰ੍ਹਾਂ 1947 ਚ ਭਾਰਤ ਦੇ ਆਜ਼ਾਦ ਹੁੰਦਿਆਂ ਹੀ ਹਿੰਦੂ ਹਾਕਮਾਂ ਨੂੰ ਦਰਬਾਰ ਸਾਹਿਬ ਦੀ ਜਿਹੜੀ ਸਿਆਸੀ ਸਰਗਰਮੀਆਂ ਦੇ ਕੇਂਦਰ ਵਜੋਂ ਜਿਹੜੀ ਵਰਤੋਂ ਚੁਭਣ ਲੱਗ ਪਈ, ਅੱਖਾਂ 'ਚ ਰੜਕਣ ਲੱਗ ਪਈ, ਕਿਉਂਕਿ ਭਾਰਤ ਦੀ ਆਜ਼ਾਦੀ ਦੀ ਜਿਹੜੀ ਜਦੋਜਹਿਦ ਦੇ ਅਮਲ ਦੇ ਦੌਰਾਨ ਦਰਬਾਰ ਸਾਹਿਬ ਦੀ ਇਹੋ ਜਿਹੀ ਭੂਮਿਕਾ ਤੇ ਉਹਨਾਂ ਨੇ ਕਦੇ ਭੁੱਲ ਕੇ ਵੀ ਇਤਰਾਜ਼ ਨਹੀਂ ਸੀ ਪ੍ਰਗਟ ਕੀਤਾ। ਜਦੋਂ ਤਾਂ ਆਜ਼ਾਦੀ ਦੀ ਲਹਿਰ ਚੱਲਦੀ ਰਹੀ, ਉੱਥੇ ਸਰਗਰਮੀਆਂ ਰਹੀਆਂ ਦਰਬਾਰ ਸਾਹਿਬ ਦੇ ਅੰਦਰ, ਉਦੋਂ ਤਾਂ ਉਹਨਾਂ ਨੇ ਇਤਰਾਜ਼ ਕੀਤਾ ਨਹੀਂ। ਉੱਥੋਂ ਸਰਗਰਮੀਆਂ ਹੁੰਦੀਆਂ ਰਹੀਆਂ ਦਰਬਾਰ ਸਾਹਿਬ ਦੇ ਅੰਦਰੋਂ। ਇਹ ਤਕਲੀਫ ਉਹਨਾਂ ਨੂੰ ਅਚਾਨਕ 1947 ਤੋਂ ਬਾਅਦ ਹੋਣ ਲੱਗੀ ਸੀ, ਦਰਬਾਰ ਸਾਹਿਬ ਨੂੰ ਸਿਆਸੀ ਸਰਗਰਮੀਆਂ ਵਜੋਂ ਵਰਤਣ ਲਈ। 1961 ਚ ਪੰਜਾਬੀ ਸੂਬੇ ਦਾ ਅੰਦੋਲਨ ਹੋਇਆ ਤਾਂ ਕੁਝ ਅਖਬਾਰਾਂ ਨੇ ਆਪਣੀ ਜ਼ਹਿਰੀਲੀ ਸੰਪਾਦਕੀ ਲਿਖੀ। ਉਹਦੇ 'ਚ ਉਹ ਕਹਿੰਦੇ ਗੁਰਦੁਆਰਿਆਂ ਅੰਦਰ ਪੁਲਿਸ ਭੇਜਣ ਦੇ ਕੁਕਰਮ ਦੀ ਫਿਰਕੂ ਵਜ਼ਾਹਤ ਉਹਨਾਂ ਨੇ ਲਿਖੀ ਕਿ ਪੂਜਾ ਦਾ ਮਾਣ ਸਤਿਕਾਰ ਘਟਾਉਣ ਦੀ ਜ਼ਿੰਮੇਵਾਰੀ ਅਕਾਲੀ ਲੀਡਰਾਂ ਤੇ ਆਉਂਦੀ ਹੈ। ਕੁਝ ਅਖਬਾਰਾਂ ਨੇ ਲਿਖਿਆ ਸੀ ਉਦੋਂ। ਉਹਨਾਂ ਨੇ ਗੁਰਦੁਆਰਿਆਂ ਨੂੰ ਰਾਜਸੀ ਐਜੀਟੇਸ਼ਨ ਦੇ ਅੱਡਿਆਂ ਦੇ ਰੂਪ 'ਚ ਵਰਤਿਆ ਤੇ ਕਾਨੂੰਨ ਦੇ ਭਗੌੜਿਆਂ ਨੇ ਉੱਥੇ ਸ਼ਰਨ ਲਈ ਹੋਈ ਹੈ। ਇਸ ਕਰਕੇ ਸਰਕਾਰ ਨੇ ਗੁਰਦੁਆਰਿਆਂ ਨੂੰ ਭਗੌੜਿਆਂ ਤੋਂ ਸੁਰਖਰੂ ਕਰਕੇ ਅਸਲ 'ਚ ਉਹਨਾਂ ਦੀ ਮਾਣ ਮਰਿਆਦਾ ਬਚਾ ਲਈ ਹੈ। ਇਹ ਟ੍ਰਿਬਿਊਨ ਅਖਬਾਰ ਨੇ ਲਿਖਿਆ ਸੀ 1961 'ਚ। ਤੇ ਇਹ ਜਦੋਂ ਸਿੱਖਾਂ ਦਾ ਸਮੁੱਚਾ ਸੰਘਰਸ਼ ਪੂਰਨ ਤੌਰ ਤੇ ਪੁਰਅਮਨ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਸੀ, ਇਹਦੇ ਬਾਵਜੂਦ ਵੀ ਜੇ ਦਰਬਾਰ ਸਾਹਿਬ ਦੇ ਅੰਦਰ ਰਾਜਨੀਤਿਕ ਸਰਗਰਮੀ ਭਾਰਤੀ ਹਾਕਮਾਂ ਦੇ ਅੰਦਰ ਚਿੜ ਪੈਦਾ ਕਰਦੀ ਹੈ, ਔਖ ਪੈਦਾ ਕਰਦੀ ਹੈ, ਤਕਲੀਫ ਦਿੰਦੀ ਹੈ, ਉਹਨਾਂ ਨੂੰ ਤਾਂ ਮਤਲਬ ਸਾਫ਼ ਹੈ ਕਿ ਮਸਲਾ ਹਿੰਸਾ ਜਾਂ ਅਹਿੰਸਾ ਦਾ ਨਹੀਂ, ਮਸਲਾ ਸਟੇਟ ਨੂੰ ਚੁਣੌਤੀ ਦੇਣ ਦਾ। ਬਸ ਅਸੀਂ ਪਹਿਲਾਂ ਹੀ ਕਿਹਾ ਕਿ ਮਸਲਾ ਇਹ ਨਹੀਂ ਸੀ ਕਿ ਧਰਮ ਯੁੱਧ ਮੋਰਚੇ ਦਾ ਸ਼ਾਂਤਮਈ ਹੋਣਾ ਤੇ ਇੱਕ ਪਾਸੇ ਸੰਤਾਂ ਦੀ ਹਥਿਆਰਬੰਦ ਲੜਾਈ ਦਾ ਹੋਵੇ, ਨਾ, ਬਿਲਕੁਲ ਨਹੀਂ। ਮਸਲਾ ਸੀ ਕਿ ਇੰਡੀਅਨ ਸਟੇਟ ਨੂੰ ਚੁਣੌਤੀ ਦਿੱਤੀ ਗਈ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ। ਚੁਣੌਤੀ ਦਾ ਰੂਪ ਹਿੰਸਕ ਹੋਵੇ ਜਾਂ ਸ਼ਾਂਤਮਈ, ਇਹ ਗੱਲ ਦੂਜੇ ਦਰਜੇ ਦੀ ਹੈ। ਜ਼ੁਲਮ ਤੇ ਅਨਿਆਂ ਕਮਾ ਰਿਹਾ ਜਿਹੜਾ ਰਾਜ ਹੈ, ਕੋਈ ਵੀ ਹੋਵੇ, ਮੁਗਲਿਆ ਹਕੂਮਤ ਹੋਵੇ, ਅੰਗਰੇਜ਼ ਹਕੂਮਤ ਹੋਵੇ ਜਾਂ ਫਿਰ ਹਿੰਦੂ ਹਕੂਮਤ ਹੋਵੇ, ਉਸ ਦਾ ਦਰਬਾਰ ਸਾਹਿਬ ਅੰਦਰੋਂ ਉੱਠਣ ਵਾਲੀ ਜਿਹੜੀ ਸਿਆਸੀ ਚੁਣੌਤੀ ਕੋਲੋਂ ਦਹਿਲਾ ਜਾਣਾ, ਘਬਰਾ ਜਾਣਾ ਯਕੀਨੀ ਤੌਰ ਤੇ ਲਾਜ਼ਮੀ ਹੈ। ਪੱਲੇ ਬੰਨ੍ਹ ਲਓ ਗੱਲ। ਮਨੋਵਿਗਿਆਨਕ ਤੇ ਰਾਜਸੀ ਵਿਦਿਆ ਦਾ ਜਿਹੜਾ ਸਬਕ ਹੈ ਕਿ ਡਰੇ ਹੋਏ ਰਾਜ ਅਕਸਰ ਵਹਿਸ਼ੀਪੁਣੇ ਤੇ ਉਤਾਰੂ ਹੋ ਜਾਂਦੇ ਨੇ, ਘਬਰਾਏ ਹੋਏ ਜਿਹੜੇ ਹੁਕਮਰਾਨ ਹੁੰਦੇ ਨੇ ਉਹ ਕਾਇਰਤਾ ਤੇ ਉਤਾਰੂ ਹੋ ਜਾਂਦੇ ਨੇ,
ਸੋ ਇਸ ਨਜ਼ਰ ਤੋਂ ਦੇਖਿਆ ਜੇ ਆਪਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਪ੍ਰਤੀ ਇੰਡੀਅਨ ਸਟੇਟ ਤੇ ਹਿੰਦੂ ਹਾਕਮਾਂ ਦੀ ਔਖ ਤੇ ਨਾਰਾਜ਼ਗੀ ਦੀ ਅਸਲੀ ਵਜ੍ਹਾ ਦੇਖੀਏ ਤਾਂ ਬਿਲਕੁਲ ਸਪਸ਼ਟ ਹੋ ਜਾਂਦਾ, ਸਾਫ਼ ਗੱਲ ਹੋ ਜਾਂਦੀ ਹੈ ਸਾਡੇ ਸਾਹਮਣੇ ਕਿ ਹਮਲਾ ਕਿਉਂ ਕੀਤਾ ਉੱਥੇ। ਇਹਦੇ ਬਾਰੇ ਕੋਈ ਵੀ ਰੋਲ ਘਚੋਲਾ ਨਹੀਂ ਰਹਿ ਜਾਂਦਾ, ਕੋਈ ਓਹਲਾ ਨਹੀਂ ਰਹਿ ਜਾਂਦਾ, ਗੱਲ ਸਪਸ਼ਟ, ਤਸਵੀਰ ਸਾਫ਼। ਜਿੱਥੋਂ ਤੱਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ ਦਰਬਾਰ ਸਾਹਿਬ ਦੇ ਅੰਦਰ ਜਾਂ ਦਰਬਾਰ ਸਾਹਿਬ ਕੰਪਲੈਕਸ ਨੂੰ ਜ਼ੁਲਮੀ ਰਾਜ ਦੇ ਵਿਰੁੱਧ ਹਥਿਆਰਬੰਦ ਸੰਘਰਸ਼ ਦਾ ਕੇਂਦਰ ਬਣਾਉਣ ਦੀ ਗੱਲ ਹੈ ਤੇ ਇਸ ਉਦੇਸ਼ ਦੀ ਪੂਰਤੀ ਲਈ ਹਥਿਆਰ ਤੇ ਅਸਲਾ ਜਮ੍ਹਾਂ ਕਰਨ ਦੀ ਗੱਲ ਹੈ, ਇਸ ਤੱਥ ਬਾਰੇ ਦੋ ਸਾਡੇ ਕੋਲ ਗੱਲਾਂ ਨੇ। ਇੱਕ ਤਾਂ ਇਹ ਕਿ ਇਸ ਤੱਥ ਨੇ ਇੰਡੀਅਨ ਹਾਕਮਾਂ ਨੂੰ, ਭਾਰਤੀ ਹੁਕਮਰਾਨਾਂ ਨੂੰ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਇੱਕ ਸੌਖਾ ਜਿਹਾ ਬਹਾਨਾ ਤਾਂ ਜ਼ਰੂਰ ਦੇ ਹੀ ਦਿੱਤਾ ਸੀ, ਪਰ ਇਸ ਹਮਲੇ ਦਾ ਅਸਲੀ ਕਾਰਨ ਸੀ ਜਿਹੜਾ ਉਹ ਇਹ ਨਹੀਂ ਸੀ ਹੈਗਾ। ਹਥਿਆਰ ਜਮ੍ਹਾਂ ਕਰਨੇ ਅੰਦਰ ਇਹ ਕਾਰਨ ਨਹੀਂ ਸੀ ਹੈਗਾ। ਬਹਾਨੇ ਨੂੰ ਅਸਲ ਕਾਰਨ ਬਣਾ ਕੇ ਪੇਸ਼ ਕਰਨਾ ਭਾਰਤ ਦੇ ਹਿੰਦੂ ਹਾਕਮਾਂ ਦਾ ਇੱਕ ਛਲਾਵਾ ਸੀ, ਇੱਕ ਬਹਾਨਾ ਸੀ, ਇੱਕ ਕਪਟ ਸੀ, ਇੱਕ ਝੂਠ ਸੀ, ਜਿਹੜਾ ਉਹਨਾਂ ਦੀ ਜਿਹੜੀ ਖਾਸ ਵਿਸ਼ੇਸ਼ਤਾ ਹੈ, ਉਹਨਾਂ ਦੇ ਖੂਨ 'ਚ ਹੈ, ਇਹ ਹਿੰਦੂ ਹਾਕਮਾਂ ਦੇ ਖੂਨ 'ਚ ਹੈ। ਇਹ ਸਮਝਣਾ ਪਏਗਾ। ਕਦੇ ਪੁਰਾਣਾ ਇਤਿਹਾਸ ਪੜ੍ਹੋ, ਪੁਰਾਣਾ ਇਤਿਹਾਸ ਪੜ੍ਹੀਏ ਤਾਂ ਸਾਨੂੰ ਸਾਰੀ ਗੱਲ ਪਤਾ ਚੱਲ ਜਾਂਦੀ ਹੈ। ਤੇ ਇਸ ਝੂਠ ਨੂੰ ਬੋਧੀਓਂ ਨਾ ਫੜ ਸਕਣਾ ਤੇ ਇਹਦੇ ਝਾਂਸੇ 'ਚ ਆ ਜਾਣਾ, ਇਹ ਸਿੱਖ ਵਿਦਵਾਨ ਆ, ਜਿਹੜਾ ਸਿੱਖ ਲੇਖਕ ਹੈ ਜਾਂ ਸਿੱਖ ਭਾਈਚਾਰਾ, ਇਹਦੀ ਵੱਡੀ ਸਿਧਾਂਤਕ ਕਮਜ਼ੋਰੀ ਹੈ ਜਾਂ ਭੁੱਲ ਅਸੀਂ ਕਹਿ ਸਕਦੇ ਹਾਂ। ਜਦੋਂ ਬਹਾਨੇ ਨੂੰ ਅਸਲ ਕਾਰਨ ਸਮਝ ਲਿਆ ਜਾਂਦਾ ਹੈ ਤਾਂ ਦੋਸ਼ ਦਾ ਜਿਹੜਾ ਭਾਰ ਹੈ ਦੁਸ਼ਮਣ ਧਿਰ ਦੇ ਸਿਰੋਂ ਲੱਥ ਕੇ ਆਪਣਿਆਂ ਤੇ ਆ ਜਾਂਦਾ। ਉਹ ਜਦੋਂ ਉਹਨਾਂ ਦਾ ਜਿਹੜਾ ਬਹਾਨਾ ਸੀ ਅੰਦਰ ਅਸਲਾ ਲਿਜਾਣ ਦਾ, ਹਥਿਆਰ ਲੈ ਕੇ ਜਾਣ ਦਾ, ਉਹ ਕਾਰਨ ਦੱਸਿਆ ਉਹਨਾਂ ਨੇ, ਜੇ ਉਸ ਨੂੰ ਕਾਰਨ ਸਮਝ ਲਈਏ, ਅਸਲ ਕਾਰਨ ਸਮਝ ਲਈਏ, ਅਸੀਂ ਵੀ ਸਮਝ ਲਈਏ ਜਾਂ ਸਾਡੇ ਸਿੱਖ ਵੀ ਸਮਝ ਲੈਣ, ਤਾਂ ਅਸੀਂ ਇੱਕ ਤਰ੍ਹਾਂ ਦੁਸ਼ਮਣ ਨੂੰ ਬਰੀ ਕਰ ਦਿੱਤਾ। ਇਹ ਗੱਲ ਦੁਸ਼ਮਣ ਨੂੰ ਰਾਸ ਆਈ, ਬਹੁਤ ਖੁੱਲ੍ਹ ਕੇ ਰਾਸ ਆਈ। ਇਹ ਵਿਦਵਾਨ ਭਾਈਚਾਰੇ ਦੀ ਅਸਲ ਕਾਰਨ ਨੂੰ ਲਾਂਭੇ ਛੱਡ ਕੇ ਬਹਾਨੇ ਤੇ ਫੋਕਸ ਕਰ ਲਿਆ ਇਹਨਾਂ ਨੇ ਸਾਰਾ ਕੁਝ। ਇਹ ਸਿਧਾਂਤਕ ਉਕਾਈ ਸੀ, ਇਸ ਨੇ ਸਿੱਖ ਸੰਘਰਸ਼ ਨੂੰ ਬਹੁਤ ਨੁਕਸਾਨ ਕੀਤਾ। ਇਹ ਪਹਿਲੀ ਗੱਲ ਸੀ। ਦੂਜੀ ਗੱਲ ਇਹ ਹੈ ਕਿ ਦਰਬਾਰ ਸਾਹਿਬ ਕੰਪਲੈਕਸ ਨੂੰ ਹਥਿਆਰਬੰਦ ਸਰਗਰਮੀਆਂ ਦਾ ਕੇਂਦਰ ਬਣਾਉਣਾ ਤੇ ਉੱਥੇ ਹਥਿਆਰ ਤੇ ਅਸਲਾ ਜਮ੍ਹਾਂ ਕਰਨਾ, ਇਹ ਇੰਡੀਅਨ ਹੁਕਮਰਾਨਾਂ ਨੂੰ, ਭਾਰਤੀ ਹੁਕਮਰਾਨਾਂ ਨੂੰ ਤੇ ਉਹਨਾਂ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਇਹ ਸੰਗੀਨ ਜੁਰਮ ਹੋ ਸਕਦਾ, ਵੱਡਾ ਜੁਰਮ ਹੋ ਸਕਦਾ, ਕਿਉਂਕਿ ਉਹਨਾਂ ਦਾ ਇਹ ਉਹ ਹੈਗਾ ਕਾਨੂੰਨ, ਕੋਈ ਕਹਿ ਸਕਦੇ ਆਪਾਂ। ਪਰ ਸਿੱਖ ਦ੍ਰਿਸ਼ਟੀਕੋਣ ਤੋਂ ਦੇਖਿਆ ਇਹ ਕਿਸੇ ਵੀ ਲਿਹਾਜ਼ ਦੇ ਨਾਲ ਸਿੱਖ ਸਿਧਾਂਤਾਂ ਦਾ ਵਿਰੋਧੀ ਨਹੀਂ ਸੀ, ਨਾ ਸਿੱਖ ਰਵਾਇਤਾਂ ਦੇ ਉਲਟ ਸੀ। ਤੇ ਦਰਬਾਰ ਸਾਹਿਬ ਦੀ ਜਿਹੜੀ ਮਾਨ ਮਰਿਆਦਾ ਦਾ ਉਲੰਘਣ ਨਹੀਂ ਸੀ, ਬਿਲਕੁਲ ਵੀ ਮਾਨ ਮਰਿਆਦਾ ਜਾਂ ਬੇਅਦਬੀ ਨਹੀਂ ਸੀ ਹੁੰਦੀ, ਪਵਿੱਤਰਤਾ ਨਹੀਂ ਸੀ ਖਤਮ ਹੁੰਦੀ, ਪਵਿੱਤਰਤਾ ਵੱਧਦੀ ਸੀ। ਇਸ ਮਸਲੇ ਨੂੰ ਸਰਦਾਰ ਕਪੂਰ ਸਿੰਘ ਹੋਰਾਂ ਵੱਲੋਂ ਇੱਕ ਵਿਆਖਿਆ ਕੀਤੀ ਗਈ ਹੈ ਇਸ ਐਸੇ ਦੇ ਸੰਬੰਧ 'ਚ, ਉਹ ਸਾਨੂੰ ਚੰਗੀ ਤਰ੍ਹਾਂ ਉਹਨੂੰ ਸਮਝਣਾ ਚਾਹੀਦਾ। ਬਹੁਤ ਸਮਾਂ ਪਹਿਲਾਂ ਉਹਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਰਾਜਸੀ ਦ੍ਰਿਸ਼ ਤੇ ਪ੍ਰਗਟ ਹੋਣ ਦੀ ਅਜੇ ਕੋਈ ਗੱਲ ਨਹੀਂ ਸੀ ਹੋਈ, ਪਰ ਹਿੰਦੂ ਹਾਕਮਾਂ ਨੇ ਆਪਣੀ ਫਿਰਕੂ ਫਿਤਰਤ ਜਿਹੜੀ ਹੈ, ਉਹਨਾਂ ਦਾ ਸੁਭਾਅ, ਉਹਦੇ ਰਾਜਸੀ ਸਵਾਰਥਪੁਣੇ 'ਚੋਂ ਅਕਾਲੀ ਦਲ ਦੇ ਵਿਰੁੱਧ ਦਰਬਾਰ ਸਾਹਿਬ ਦੀ ਸਿਆਸੀ ਮੰਤਵਾਂ ਲਈ ਅਯੋਗ ਵਰਤੋਂ ਕਰਨ ਦੇ ਦੋਸ਼ਾਂ ਦੀ ਰੱਟ ਲਾਉਣੀ ਸ਼ੁਰੂ ਕਰ ਦਿੱਤੀ ਸੀ ਹਿੰਦੂਆਂ ਨੇ। ਤਾਂ ਸਰਦਾਰ ਕਪੂਰ ਸਿੰਘ ਨੇ ਹਿੰਦੂ ਹੁਕਮਰਾਨਾਂ ਦੀ ਇਸ ਨੁਕਤਾਚੀਨੀ ਦਾ ਬਹੁਤ ਵਧੀਆ ਤਰੀਕੇ ਨਾਲ ਜਵਾਬ ਦਿੱਤਾ ਸੀ। ਇੱਕ ਬਹੁਤ ਬਾਦਲੀ ਲੇਖ ਲਿਖਿਆ ਸੀ ਉਹਨਾਂ ਨੇ, ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਇਹਦੀ, ਲੇਖ ਲਿਖਿਆ ਸੀ ਉਹਨਾਂ ਨੇ। ਉਹ ਕਹਿੰਦੇ ਗੋਲਡਨ ਟੈਂਪਲ ਤੇ ਇਹਦੇ ਭਵਨ ਸਮੂਹ ਦੀ ਰਾਜਸੀ ਹਿੱਤਾਂ ਲਈ ਵਰਤੋਂ ਬਾਰੇ ਰਾਜ ਸ਼ਕਤੀ ਦੀਆਂ ਨਜ਼ਰਾਂ 'ਚ ਦੋਸ਼ੀ ਸਮਝੇ ਜਾਣ ਵਾਲੇ ਤੱਤਾਂ ਵੱਲੋਂ ਇਹਦੇ ਅੰਦਰ ਪ੍ਰਵੇਸ਼ ਕਰ ਜਾਣ ਤੇ ਇਸ ਨੂੰ ਆਪਣਾ ਅੱਡਾ ਬਣਾ ਲੈਣ ਬਾਰੇ ਤੇ ਇਹਦੇ ਅੰਦਰੋਂ ਗੈਰ ਧਾਰਮਿਕ ਸਰਗਰਮੀਆਂ ਚਲਾਉਣ ਬਾਰੇ ਲਗਾਤਾਰ ਢੇਰ ਸਾਰੀਆਂ ਗਲਤਫਹਿਮੀਆਂ ਪੈਦਾ ਹੁੰਦੀਆਂ ਰਹਿੰਦੀਆਂ ਨੇ। ਪਰ ਗੋਲਡਨ ਟੈਂਪਲ ਅੰਦਰੋਂ ਸ਼ੁਰੂ ਹੋਏ ਜਾਂ ਸੰਚਾਲਿਤ ਹੋਈਆਂ ਅਜਿਹੀਆਂ ਕਾਰਵਾਈਆਂ ਨੂੰ ਸਿੱਖਾਂ ਨੇ ਖੁਦ ਕਦੇ ਵੀ ਅਯੋਗ ਨਹੀਂ ਮੰਨਿਆ ਤੇ ਨਾ ਹੀ ਇਹਨਾਂ ਨੂੰ ਸਿੱਖ ਫਲਸਫੇ ਦੇ ਉਲਟ ਜਾਂ ਸਿੱਖ ਇਤਿਹਾਸਕ ਰਵਾਇਤਾਂ ਨਾਲ ਟਕਰਾਵੀਆਂ ਸਮਝਿਆ ਜਾਂਦਾ ਹੈ। ਸੋ ਗੱਲ ਬੜੀ ਸਪਸ਼ਟ ਕਰ ਦਿੱਤੀ ਸੀ ਉਦੋਂ ਹੀ ਸਰਦਾਰ ਕਪੂਰ ਸਿੰਘ ਹੋਰਾਂ ਨੇ। ਸਰਦਾਰ ਕਪੂਰ ਸਿੰਘ ਨੇ ਸਿੱਖ ਰਵਾਇਤਾਂ ਦੇ ਇਸ ਵੱਖਰੇਪਣ, ਇਸ ਨਿਆਰੇਪਣ ਦੇ ਅਸਲ ਸੱਚ ਨੂੰ ਸਮਝਣ ਤੋਂ ਇਨਕਾਰੀ ਹੋਏ ਹਿੰਦੂ ਲੀਡਰਾਂ ਨੂੰ, ਹਿੰਦੂ ਹਾਕਮਾਂ ਨੂੰ ਬਹੁਤ ਵਧੀਆ ਦਲੀਲ ਨਾਲ ਇਹ ਗੱਲ ਸਮਝਾਉਣ ਲਈ ਯਤਨ ਕੀਤਾ ਸੀ, ਪੂਰਾ ਜ਼ੋਰ ਲਾਇਆ ਸੀ ਕਿ ਸਿੱਖਾਂ ਵੱਲੋਂ ਕੀਤੇ ਜਾ ਰਹੇ ਇਹਨਾਂ ਦਾਅਵਿਆਂ ਤੇ ਪ੍ਰਗਟ ਕੀਤੇ ਜਾ ਰਹੇ ਆਚਾਰ ਵਿਹਾਰ 'ਚ ਕੁਝ ਵੀ ਨਵਾਂ ਜਾਂ ਵੱਖਰਾ ਨਹੀਂ ਹੈ, ਕਿਉਂਕਿ ਇਹ ਉਹਨਾਂ ਦੇ ਬੀਤੇ ਇਤਿਹਾਸ ਤੇ ਰਵਾਇਤਾਂ ਦੇ ਮੁਤਾਬਕ ਉਹਨਾਂ ਦੇ ਅਕੀਦਿਆਂ ਤੇ ਅਸੂਲਾਂ ਦੇ ਅਨੁਸਾਰ ਹੈ ਤੇ ਇਸ ਮਾਮਲੇ 'ਚ ਉਹਨਾਂ ਤੇ ਕਿਸੇ ਖਿਲਾਫ ਵਰਜ਼ੀ ਦਾ ਦੋਸ਼ ਨਹੀਂ ਲੱਗ ਸਕਦਾ ਸਿੱਖਾਂ ਤੇ।
ਤੇ ਨਾ ਉਹ ਉਹਨਾਂ ਦੇ ਪ੍ਰਤੀ ਜਿਨ੍ਹਾਂ ਦੇ ਹੱਥ 'ਚ ਅੱਜ ਤਾਕਤ ਹੈ, ਜਿਨ੍ਹਾਂ ਦੇ ਹੱਥ ਵਿੱਚ ਅੱਜ ਸਰਕਾਰ ਹੈ, ਉਹ ਬਦਗੁਮਾਨ ਹੀ ਕਹੇ ਜਾ ਸਕਦੇ ਨੇ। ਤੇ ਜੇ ਭਾਰਤ ਦੇ ਅੱਜ ਕੱਲ੍ਹ ਦੇ ਹਾਕਮ ਇਸ ਤੇ ਨਾਖੁਸ਼ੀ ਤੇ ਔਖ ਮਹਿਸੂਸ ਕਰਦੇ ਨੇ ਜਾਂ ਪੀੜ ਮਹਿਸੂਸ ਕਰਦੇ ਨੇ, ਤਕਲੀਫ ਮਹਿਸੂਸ ਕਰਦੇ ਨੇ, ਤਾਂ ਇਹਦੇ 'ਚ ਸਿੱਖਾਂ ਦੇ ਮੌਜੂਦਾ ਵਤੀਰੇ ਤੇ ਸਮਝ ਦਾ ਕੋਈ ਕਸੂਰ ਨਹੀਂ ਹੈ। ਇਹ ਉਹਨਾਂ ਦੀ ਰੂਹਾਨੀ ਤਬੀਅਤ ਹੈ, ਇਤਿਹਾਸ 'ਚੋਂ ਜਨਮੀ ਵਿਗਸੀ ਉਹਨਾਂ ਦੀ ਮਾਨਸਿਕਤਾ ਹੈ ਸਿੱਖਾਂ ਦੀ, ਕਿ ਉਹ ਹਥਿਆਰ ਉਹਨਾਂ ਦਾ ਅੰਗ ਹੈ, ਹਥਿਆਰ ਉਹਨਾਂ ਦਾ ਗਹਿਣਾ ਹੈ। ਤੇ ਇਹਦੇ ਲਈ ਕੋਈ ਵੀ ਬੰਦਾ, ਕੋਈ ਵਿਅਕਤੀ ਜ਼ਿੰਮੇਵਾਰ ਨਹੀਂ ਹੈ। ਨਿਰਪੱਖ ਤਰੀਕੇ ਨਾਲ ਦੇਖਿਆ ਜਾਵੇ ਤਾਂ ਇਹਦੇ ਲਈ ਕਿਸੇ ਖਾਸ ਵਿਸ਼ੇਸ਼ ਬੰਦੇ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਸੋ ਇਹ ਗੱਲ ਬੜੀ ਸਪਸ਼ਟ ਹੈ। ਸਰਦਾਰ ਕਪੂਰ ਸਿੰਘ ਦੇ ਇਸ ਲੇਖ ਦੇ ਮੁਤਾਬਕ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਵੱਲੋਂ ਦਰਬਾਰ ਸਾਹਿਬ ਕੰਪਲੈਕਸ ਨੂੰ ਇੰਡੀਅਨ ਹਾਕਮਾਂ ਦੇ, ਇੰਡੀਅਨ ਜਿਹੜੇ ਗੌਰਮੈਂਟ ਦੇ ਜ਼ੁਲਮਾਂ ਤੇ ਧੱਕੇਸ਼ਾਹੀ ਦੇ ਵਿਰੁੱਧ ਸਿੱਖ ਸੰਘਰਸ਼ ਦਾ ਜਿਹੜਾ ਕੇਂਦਰ ਬਣਾਉਣਾ, ਸਿੱਖੀ ਸਿਧਾਂਤਾਂ ਤੇ ਇਤਿਹਾਸਕ ਰਵਾਇਤਾਂ ਦੇ ਬਿਲਕੁਲ ਹਿਸਾਬ ਸਿਰ ਬੈਠਦਾ ਸੀ। ਤੇ ਇਹਦੇ 'ਚ ਦਰਬਾਰ ਸਾਹਿਬ ਦੀ ਪਵਿੱਤਰਤਾ ਤੇ ਮਾਣ ਮਰਿਆਦਾ ਨੂੰ ਭੰਗ ਕਰਨ ਵਾਲੀ ਕੋਈ ਵੀ ਗੱਲ ਨਹੀਂ ਸੀ ਹੈਗੀ। ਇਸ ਤਰ੍ਹਾਂ ਸੰਤ ਜਰਨੈਲ ਸਿੰਘ ਵੱਲੋਂ ਸਿੱਖ ਕੌਮ ਦੀ ਜਿਹੜੀ ਜਮਹੂਰੀ ਤੇ ਵਾਜਬ ਮੰਗਾਂ ਤੇ ਹੱਕਾਂ ਲਈ ਆਵਾਜ਼ ਬੁਲੰਦ ਕਰਨਾ ਇਨਸਾਫ ਦੀ ਨੁਕਤਾ ਨਿਗਾਹ ਤੋਂ ਕੋਈ ਗੁਨਾਹ ਨਹੀਂ ਸੀ। ਗੁਨਾਹਗਾਰ ਧਿਰ ਭਾਰਤੀ ਸਟੇਟ ਸੀ, ਇੰਡੀਅਨ ਸਟੇਟ ਹੈ, ਜਿਸ ਨੇ ਇਸ ਹੱਕੀ ਆਵਾਜ਼ ਨੂੰ ਜਾਬਰ ਹੱਥ ਕੰਡਿਆਂ ਦੇ ਨਾਲ ਕੁਚਲਣ ਦਾ ਗੈਰ ਜਮਹੂਰੀ ਤਰੀਕਾ ਅਪਣਾਇਆ। ਇਸ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਨਿੰਦਣ ਵਾਲਿਆਂ ਤੇ ਭੰਡਣ ਵਾਲਿਆਂ ਦੀ ਥਾਂ ਤੇ ਨੁਕਤਾ ਚਿੰਨੀ ਦੀ ਧਾਰ ਹੈ ਜਿਹੜੀ, ਉਹ ਇੰਡੀਅਨ ਸਟੇਟ ਦੇ ਖਿਲਾਫ ਸੇਧਤ ਕੀਤੇ ਜਾਣ ਦੀ ਲੋੜ ਸੀ ਤੇ ਉਸ ਤੇ ਸਿੱਖ ਕੌਮ ਦੀਆਂ ਹੱਕੀ ਮੰਗਾਂ ਨੂੰ ਬਿਨਾਂ ਸ਼ਰਤ ਪ੍ਰਵਾਨ ਕਰਨ ਲਈ ਜ਼ੋਰਦਾਰ ਦਬਾਅ ਪਾਏ ਜਾਣ ਦੀ ਲੋੜ ਸੀ, ਉਹ ਸੇਧ ਅਪਣਾਏ ਜਾਣ ਦੀ ਲੋੜ ਸੀ। ਸੋ ਪਤਵੰਤੇ ਸਿੱਖ ਲੇਖਕ ਜਾਂ ਵਿਦਵਾਨ ਭਾਈਚਾਰੇ ਨੇ ਸਾਰੇ ਮਸਲੇ ਨੂੰ ਜੇ ਇਸ ਖਰੇ ਸਿੱਖ ਦ੍ਰਿਸ਼ਟੀਕੋਣ ਤੋਂ ਦੇਖਿਆ ਹੁੰਦਾ, ਇਸ ਨੁਕਤਾ ਨਿਗਾਹ ਤੋਂ ਦੇਖਿਆ ਹੁੰਦਾ, ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਉਹਨਾਂ ਦੇ ਮਨਾਂ ਦੇ ਅੰਦਰ ਬਣੇ ਉਲਾਰ ਜਾਂ ਜੋ ਉਹਨਾਂ ਦੇ ਮਨਾਂ ਦੇ ਵਿੱਚ ਉਸ ਤਰੀਕੇ ਨਾਲ ਇੰਡੀਅਨ ਸਟੇਟ ਨੇ ਸ਼ਬਦ ਘੋਲ ਕੇ ਪਾਏ ਸਨ, ਉਹਨਾਂ ਦੀ ਥਾਂ ਤੇ ਉਹਨਾਂ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਗੱਲ ਕਰਨੀ ਚਾਹੀਦੀ ਸੀ। ਉਹ ਇੱਕ ਲੀਡਰ ਮਿਲਿਆ ਸੀ ਸਾਨੂੰ 150 ਸਾਲ ਬਾਅਦ, ਤਾਂ ਉਹ ਜ਼ਹਿਰ ਸੀ ਜਿਹੜੀ ਉਹਨਾਂ ਦੇ ਅੰਦਰ, ਮਨ ਦੇ ਅੰਦਰ, ਉਹ ਕੱਢ ਦੇਣੀ ਚਾਹੀਦੀ ਸੀ ਉਹਨਾਂ ਨੂੰ, ਜਿਸ ਨਾਲ ਸਿੱਖ ਕੌਮ ਦੇ ਅੰਦਰ ਪੈਦਾ ਹੋਏ ਬੇਲੋੜੇ ਵਖਰੇਵਿਆਂ, ਮਤਭੇਦਾਂ, ਉਹਨਾਂ ਤੋਂ ਸਾਫ਼-ਸਾਫ਼ ਬਚਿਆ ਜਾ ਸਕਦਾ ਸੀ। ਪਰ ਅਫਸੋਸ ਹੈ ਇਸ ਗੱਲ ਦਾ ਕਿ ਉਹ ਸਿੱਖ ਵਰਗ, ਉਹ ਸਿੱਖ ਲੇਖਕ ਜਾਂ ਵਿਦਵਾਨ ਭਾਈਚਾਰੇ ਨੇ ਇਸ ਮਾਮਲੇ 'ਚ ਸਿੱਖ ਸਿਧਾਂਤਾਂ ਤੇ ਪਰੰਪਰਾਵਾਂ ਕੋਲੋਂ ਸੇਧ ਲੈਣ ਦੀ ਬਜਾਏ ਉਸ ਵੇਲੇ ਦੇ ਇੰਡੀਅਨ ਸਟੇਟ ਦੇ ਅੱਗੇ ਪੂੰਛ ਹਿਲਾਈ, ਬੁਰਕੀਆਂ ਬੁੱਚੀਆਂ, ਉਹ ਟੁੱਕੜ ਵੱਲ ਦੇਖਦਾ ਰਿਹਾ ਤੇ ਉਹਦੇ ਦਬਾਅ ਤੇ ਕਬੂਲ ਕਰਨ ਦੀ ਜਿਹੜੀ ਗਲਤ ਜਿਹੜੀ ਸੀ ਧਾਰਨਾ ਉਹ ਪ੍ਰਗਟ ਕੀਤੀ। ਬਾਅਦ 'ਚ ਜਾ ਕੇ ਖੁਸ਼ਵੰਤ ਸਿੰਘ ਨੇ ਇਹ ਗੱਲ ਕਬੂਲ ਕੀਤੀ ਸੀ ਕਿ ਉਹਨਾਂ ਨੇ ਸੰਤ ਭਿੰਡਰਾਂਵਾਲਿਆਂ ਦਾ ਮੁਲਾਂਕਣ ਕਰਨ ਲਈ ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਆਧਾਰ ਬਣਾਇਆ ਸੀ, ਨਾ ਕਿ ਸਿੱਖ ਸਿਧਾਂਤਾਂ ਤੇ ਰਵਾਇਤਾਂ ਨੂੰ। ਉਹਨੇ ਇਹ ਗੱਲ ਕਬੂਲ ਕੀਤੀ ਸੀ। ਸੋ ਇਸ ਤਰੀਕੇ ਨਾਲ ਸਾਡੇ ਜਿਹੜੇ ਲੇਖਕ ਨੇ ਜਾਂ ਸਾਡੇ ਵਿਦਵਾਨ ਹੋਏ ਨੇ, ਜਿਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਸ ਗੱਲ ਦੀ, ਖੁੱਲ੍ਹੇ ਰੂਪ 'ਚ ਕਹਿਣਾ ਮੈਂ, ਜੇਕਰ ਉਹ ਸਿੱਖ ਸਿਧਾਂਤਾਂ ਨੂੰ ਪੜ੍ਹਦੇ, ਸਿੱਖ ਵਿਚਾਰਧਾਰਾ ਨੂੰ ਪੜ੍ਹਦੇ, ਜੇ ਉਹਨਾਂ ਨੂੰ ਗਿਆਨ ਹੁੰਦਾ ਸਿੱਖੀ ਦਾ ਜਾਂ ਸਿੱਖ ਇਤਿਹਾਸ ਤੇ ਉਹਨਾਂ ਨੇ ਨਜ਼ਰ ਮਾਰੀ ਹੁੰਦੀ, ਤਾਂ ਇਹ ਸਾਰੀ ਗੱਲ ਸਪਸ਼ਟ ਹੋ ਜਾਂਦੀ। ਸੋ ਸਾਰੀ ਗੱਲ ਦਾ ਜਿਹੜਾ ਤੋੜਾ ਇੱਥੇ ਆ ਕੇ ਝੜਦਾ ਹੈ ਕਿ ਇਹ ਸਿੱਖ ਵਰਗ ਦੇ ਅੰਦਰ ਦੁਸ਼ਮਣ ਨੂੰ ਸਹੀ ਅਨੁਪਾਤ 'ਚ ਦੇਖਣ ਵਾਲੀ ਨਜ਼ਰ ਹੀ ਨਹੀਂ ਸੀ, ਜਿਸ ਕਰਕੇ ਉਹਨਾਂ ਨੂੰ ਇੰਡੀਅਨ ਸਟੇਟ ਦੇ ਟਾਕਰੇ 'ਚ ਸੰਤ ਭਿੰਡਰਾਂਵਾਲਿਆਂ ਦੇ ਖਿਲਾਫ ਆਪਣੀ ਵਧਵੀਂ ਨਫ਼ਰਤ ਦਾ ਪ੍ਰਗਟਾਵਾ ਕੀਤਾ। ਸੋ ਇਸ ਤਰੀਕੇ ਨਾਲ ਅੱਜ ਦਾ ਜਿਹੜਾ ਅਸੀਂ ਪ੍ਰੋਗਰਾਮ ਹੈ ਇੱਥੇ ਖਤਮ ਕਰਦੇ ਹਾਂ। ਕੱਲ ਫੇਰ ਮਿਲਾਂਗੇ ਜੀ, ਸਾਡੀ ਗੱਲਬਾਤ ਜਾਰੀ ਰਹੂ। ਮਰਦੇ ਮੁਜਾਹਿਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ। ਮਰਦੇ ਮੁਜਾਹਿਦ ਦਾ ਭਾਗ 12ਵਾਂ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ ਫੇਰ ਮਿਲਾਂਗੇ। I